ਪੰਜਾਬ ਟੈਲੀਵਿਜ਼ਨ ਤੇ ਤੁਹਾਡਾ ਸਵਾਗਤ ਹੈ। ਪੰਜਾਬ ਹਮੇਸ਼ਾ ਦੀ ਤਰ੍ਹਾਂ ਇੱਕ ਵਾਈਬ੍ਰੈਂਟ ਸਟੇਟ ਤਾਂ ਹੈ ਹੀ, ਤੇ ਇਸੇ ਲਈ ਪੋਲੀਟੀਕਲ ਨਿਊਜ਼ ਵੀ ਲਗਾਤਾਰ ਬਣਦੀ ਹੈ, ਕੋਈ ਨਾ ਕੋਈ ਲਗਾਤਾਰ ਰਹਿੰਦੀ ਹੈ। ਉਹ ਟਕਰਾਅ ਕਿਸੇ ਟਾਈਪ ਦਾ ਹੋਵੇ, ਗਵਰਨਮੈਂਟ ਨਾਲ ਹੋਵੇ, ਗਵਰਨਰ ਵਰਸਸ ਚੀਫ ਮਿਨਿਸਟਰ ਹੋਵੇ। ਹੁਣ ਤੱਕ ਲਗਾਤਾਰ ਸਾਲ ਸਵਾ ਸਾਲ ਤੋਂ ਗਵਰਨਰ ਤੇ ਚੁਣੀ ਹੋਈ ਸਰਕਾਰ ਜਿਹੜੀ ਹੈ ਉਹਦੇ ਦਰਮਿਆਨ ਹੀ ਕਾਫੀ ਜ਼ਿਆਦਾ ਰੌਚਕ ਕਹੋ ਜਾਂ ਇੰਟਰਸਟਿੰਗ ਗੱਲਾਂ ਜਿਹੜੀਆਂ ਲਗਾਤਾਰ ਹੋ ਰਹੀਆਂ ਨੇ। ਹਾਲਾਂਕਿ ਸਿਆਸੀ ਐਂਗਲ ਤੋਂ ਜਾਂ ਗਵਰਨੈਂਸ ਦੇ ਐਂਗਲ ਤੋਂ ਜਾਂ ਸਰਕਾਰਾਂ ਚੱਲਦੀਆਂ ਕਿਵੇਂ ਨੇ ਕਾਂਸਟੀਟਿਊਸ਼ਨਲੀ ਜਾਂ ਕਾਨੂੰਨ ਦੇ ਨਜ਼ਰੀਏ ਤੋਂ ਜਿਵੇਂ ਚੱਲਣੀਆਂ ਚਾਹੀਦੀਆਂ ਨੇ, ਉਹਦੇ 'ਚ ਤਾਂ ਜ਼ਰੂਰ ਇੱਕ ਤਰ੍ਹਾਂ ਕਿਤੇ ਖੱਲ ਪਾਉਂਦੀਆਂ ਨੇ ਚੀਜ਼ਾਂ। ਪਰ ਫਿਰ ਵੀ ਲੋਕਾਂ ਦਾ ਮਨੋਰੰਜਨ ਜਿਹਾ ਹੁੰਦਾ ਰਹਿੰਦਾ ਜਦੋਂ ਦੋਨੋਂ ਧਿਰਾਂ ਆਪਸ ਦੇ ਵਿੱਚ ਬੋਲਦੀਆਂ ਨੇ। ਪਹਿਲੀ ਗੱਲ, ਕੱਲ ਪੰਜਾਬ ਦੇ ਚੀਫ ਮਿਨਿਸਟਰ ਭਗਵੰਤ ਮਾਨ ਉਹਨਾਂ ਨੇ ਉੱਥੇ ਬੋਲਿਆ ਸੀਗਾ ਰਾਮਲੀਲਾ ਗਰਾਊਂਡ ਦੇ ਵਿੱਚ ਗਵਰਨਰ ਤੇ ਕੁਝ ਕਿ ਗਵਰਨਰ ਕੌਣ ਹੁੰਦਾ, ਅਸੀਂ ਸਰਕਾਰ ਚਲਾਉਣ ਵਾਲੇ ਆ, ਸਾਨੂੰ ਫਤਵਾ ਦਿੱਤਾ ਲੋਕਾਂ ਨੇ, ਬਾਕੀ ਦਾ ਗੱਲਾਂ ਗਵਰਨਰ ਨੇ, ਕਿਉਂਕਿ ਉਸ ਤੋਂ ਇੱਕ ਦਿਨ ਪਹਿਲਾਂ ਬੋਲਤਾ ਸੀ ਉੱਥੇ ਜਾ ਕੇ ਬਾਰਡਰ ਏਰੀਏ ਦੇ ਵਿੱਚ, ਫੇਰ ਜਾ ਕੇ ਕਿ ਮੈਂ ਸਾਰੀਆਂ ਗੱਲਾਂ ਜਨਤਕ 'ਚ ਦਖਲ ਦੇਵਾਂਗਾ, ਮੈਂ ਸੰਵਿਧਾਨ ਦੀ ਰੱਖਿਆ ਕਰਨੀ ਹੈ। ਇਹ ਸਾਰੀਆਂ ਚੀਜ਼ਾਂ ਉਹ ਅੱਜ ਫੇਰ ਰਾਜਪਾਲ ਸਾਹਿਬ ਨੇ ਪ੍ਰੈਸ ਕਾਨਫਰੰਸ ਬੁਲਾ ਕੇ ਦੁਬਾਰਾ ਫੇਰ ਉਦੋਂ ਵੀ ਕਈ ਵੱਧਵੀਆਂ ਗੱਲਾਂ ਗਈਆਂ ਜਿਹੜੀਆਂ ਉਸ ਪੱਧਰ ਦੇ ਉੱਤੇ ਕਹੀਆਂ। ਉਹ ਤਾਂ ਇੱਥੇ ਤੱਕ ਹੀ ਚਲਾ ਗਿਆ ਕਿ ਸਰਕਾਰ ਹੀ ਮੇਰੀ ਹੈ, ਦਸਖਤ ਮੇਰੇ ਹੁੰਦੇ ਨੇ ਜਿੰਨੇ ਵੀ ਦਸਤਾਵੇਜ਼ ਜਾਂ ਫੈਸਲੇ ਹੁੰਦੇ ਨੇ, ਇਸ ਕਰਕੇ ਮੇਰਾ ਕੋਈ ਬਾਹਰ ਜਾਣਾ ਜਾਂ ਮੇਰਾ ਉਹਨਾਂ ਤੋਂ ਜਵਾਬ ਨਾ ਮੰਗਣਾ ਹੈ ਹੀ ਨਹੀਂ। ਮੈਂ 10 ਚਿੱਠੀਆਂ ਲਿਖ ਚੁੱਕਿਆ ਤੇ ਉਹਨਾਂ ਨੇ ਜਵਾਬ ਨਹੀਂ ਦੇ ਰਹੇ ਅਜੇ ਵੀ, ਔਰ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਇਕੱਠੀਆਂ ਕਰ ਰਿਹਾ ਸਾਰੀਆਂ, ਕੱਲੀ ਕੱਲੀ ਚੀਜ਼ ਦੀ ਜਾਣਕਾਰੀ ਰੱਖ ਰਿਹਾ, ਤੇ ਜੇ ਲੋੜ ਪਈ ਤਾਂ ਰਾਸ਼ਟਰਪਤੀ ਤੇ ਮਤਲਬ ਸੁਪਰੀਮ ਕੋਰਟ ਤੱਕ ਵੀ ਜਾਇਆ ਜਾ ਸਕਦਾ। ਇਹਦਾ ਮਤਲਬ ਰਸਤਾ ਅਜੇ ਇੱਥੇ ਖੜੇਗਾ ਨਹੀਂ, ਉਸ ਪਾਸੇ ਵੱਲ ਜਾ ਰਿਹਾ। ਦੂਜਾ ਸਵਾਲ, ਆਮ ਆਦਮੀ ਪਾਰਟੀ ਨੇ ਲੰਬੇ ਸਮੇਂ ਬਾਅਦ 14 ਮਹੀਨਿਆਂ ਬਾਅਦ ਇੱਕ ਕੁਝ ਅਹੁਦੇਦਾਰ ਜਿਹੜੇ ਨੇ ਸਟੇਟ ਦਾ ਵਰਕਿੰਗ ਪ੍ਰਧਾਨ ਤੇ ਬਾਕੀ ਕੁਝ ਵਾਈਸ ਪ੍ਰੈਜ਼ੀਡੈਂਟ, ਯੂਥ ਦਾ ਪ੍ਰਧਾਨ, ਉਹ ਨਾਮਜ਼ਦ ਕੀਤੇ ਨੇ ਇਸ ਲੈਵਲ ਦੇ ਉੱਤੇ। ਤੀਜਾ, ਇੱਕ ਸੂਚਨਾ ਲੈਵਲ ਦੀ ਗੱਲ ਜਿਹੜੀ ਆਪਾਂ ਕਰਾਂਗੇ ਉਹ ਇਹ ਹੈ ਕਿ ਪਿਪਲੀ ਦੇ ਵਿੱਚ ਬਹੁਤ ਬੜੀ ਕਿਸਾਨ ਮਹਾਪੰਚਾਇਤ ਸੀ, ਪੰਜਾਬ ਤੋਂ ਵੀ ਲੀਡਰ ਗਏ ਸੀਗੇ ਤੇ ਹਰਿਆਣੇ ਦੇ ਲੀਡਰ ਪਹਿਲਾਂ ਫੜੇ ਹੋਏ ਨੇ ਕੁਝ ਐਮਐਸਪੀ ਨੂੰ ਲੈ ਕੇ, ਤੇ ਉਹ ਲੀਡਰਾਂ ਦੀ ਰਿਹਾਈ ਦੇ ਵਾਸਤੇ ਗੱਲ ਨਹੀਂ ਬਣੀ ਪ੍ਰਸ਼ਾਸਨ ਨਾਲ, ਤੇ ਉਹਨਾਂ ਨੇ ਜੀਟੀ ਰੋਡ ਘੇਰਤੀ। ਮਤਲਬ ਓਵਰਆਲ ਜਿਹੜੀ ਦਿੱਲੀ ਅੰਮ੍ਰਿਤਸਰ ਜੀਟੀ ਰੋਡ ਜਾਂਦੀ ਹੈ, ਇਹ ਇੱਕ ਇਨਫੋਰਮੇਸ਼ਨ ਕਿਸਾਨਾਂ ਨਾਲ ਟਕਰਾਅ ਲਗਾਤਾਰ ਜਿਹੜਾ ਹਰਿਆਣਾ ਗਵਰਨਮੈਂਟ ਦਾ ਚੱਲ ਰਿਹਾ। ਪਰ ਗੱਲ ਸ਼ੁਰੂ ਕਰਦੇ ਆ ਗਵਰਨਰ ਸਾਹਿਬ ਤੇ ਪੰਜਾਬ ਸਰਕਾਰ ਦੀ ਜਿਹੜੀ ਇਹ ਸਾਰਾ ਮਾਮਲਾ ਹੈ। ਮੇਰੇ ਨਾਲ ਇਹ ਸਾਰੇ ਮਾਮਲਿਆਂ ਦੇ ਉੱਤੇ ਕੱਲ ਵਾਲਾ ਹੀ ਸਾਡਾ ਪੈਨਲ ਹੈ। ਪ੍ਰੋਫੈਸਰ ਮੁਹੰਮਦ ਖਾਲਿਦ ਜਿਹੜੇ ਪੋਲੀਟੀਕਲ ਸਾਇੰਸ ਦੇ ਟੀਚਰ ਨੇ, ਲਗਾਤਾਰ ਬਾਬਾ ਸਤਰਨ, ਤੇ ਸਰਦਾਰ ਜਗਤਾਰ ਸਿੰਘ ਜੀ ਔਰ ਜਿਹੜੇ ਜਰਨਲਿਸਟ ਤੇ ਇਤਿਹਾਸਕਾਰ ਨੇ। ਮੈਂ ਸ਼ੁਰੂ ਕਰਨਾ ਚਾਹਾਂ ਸਰਦਾਰ ਜਗਤਾਰ ਸਿੰਘ ਜੀ ਤੋਂ ਕਿ ਇਹ ਕੰਟੀਨਿਊਟੀ ਕਿੱਥੋਂ ਸ਼ੁਰੂ ਕਰੀਏ ਕਿ ਰੋਜ਼ ਹੀ ਇੱਕ ਪ੍ਰੈਸ ਕਾਨਫਰੰਸ ਕਰਦਾ ਤੇ ਦੂਜਾ ਅੱਜ ਤੱਕ ਗਵਰਨਰ ਸਾਹਿਬ ਨੇ ਲੱਗਦਾ ਗੱਲ ਕਾਫੀ ਹੱਦ ਤੱਕ ਹੋਰ ਵੀ ਅੱਗੇ ਵਧਾ ਦਿੱਤੀ ਹੈ। ਮੈਨੂੰ ਇਹ ਨਹੀਂ ਸਮਝ ਆਉਂਦੀ ਇੱਕ ਗੱਲ ਹਮੀਰ ਜੀ, ਬੇਸਿਕਲੀ ਕਿ ਇਹ ਜਿਹੜਾ ਰੌਲਾ ਪੈਂਦਾ ਹੈ ਸੀਐਮ ਤੇ ਗਵਰਨਰ ਦਾ, ਇਹ ਨਾਨ ਬੀਜੇਪੀ ਰਨ ਸਟੇਟਸ ਦੇ ਵਿੱਚ ਹੀ ਕਿਉਂ ਪੈਂਦਾ ਹੈ? ਗਵਰਨਰ ਦੀਆਂ ਹੀ ਪਾਵਰਸ ਉਹਨਾਂ ਸਟੇਟਸ ਦੇ ਵਿੱਚ ਵੀ ਹੈ ਜਿੱਥੇ ਬੀਜੇਪੀ ਦੀਆਂ ਸਰਕਾਰਾਂ ਹੈ। ਉੱਥੇ ਗਵਰਨਰ ਸਾਹਿਬ ਇਹ ਗੱਲ ਕਿਉਂ ਨਹੀਂ ਕਹਿੰਦੇ ਉਹਨਾਂ ਸਟੇਟਸ ਦੇ ਕਿ ਭਾਈ ਸਰਕਾਰ ਤਾਂ ਮੇਰੀ ਹੈ, ਤੁਸੀਂ ਕੌਣ ਹੈ? ਜੇ ਮੈਂ ਚਲੋ ਮੈਂ ਲਫ਼ਜ਼ ਵਰਤਣਾ ਨਹੀਂ ਚਾਹੁੰਦਾ, ਜਿਹੜੀ ਗੱਲ ਅਲਟੀਮੇਟਲੀ ਗਵਰਨਰ ਸਾਹਿਬ ਕਹਿਣਾ ਚਾਹੁੰਦੇ ਹੈ ਵੀ ਤੁਹਾਡੀ ਤਾਂ ਕੋਈ ਲੋੜ ਹੀ ਨਹੀਂ, ਸਰਕਾਰ ਮੇਰੀ ਹੈ। ਬਹੁਤ ਇੰਟਰਸਟਿੰਗ ਉਹਨਾਂ ਨੇ ਗੱਲਾਂ ਕੀਤੀਆਂ ਕਿ ਸਰਕਾਰ ਦੇ ਸਾਰੇ ਫੈਸਲੇ ਮੇਰੇ ਨਾਂ ਤੇ ਹੁੰਦੇ ਆ, ਦਸਤਖਤ ਮੈਂ ਕਰਦਾ ਤੇ ਸਰਕਾਰ ਮੇਰੀ ਹੈ। ਮੈਂ ਬਿਲਕੁਲ ਮੰਨ ਕੇ ਚੱਲਦਾ ਗਵਰਨਰ ਸਾਹਿਬ ਦੀ ਸਰਕਾਰ ਹੈਗੀ, ਕੋਈ ਰੌਲਾ ਹੀ ਨਹੀਂ। ਜਦੋਂ ਗਵਰਨਰ ਸਾਹਿਬ ਆਪਣੀ ਅਸੈਂਬਲੀ ਨੂੰ ਪਹਿਲਾ ਸੈਸ਼ਨ, ਬਜਟ ਸੈਸ਼ਨ ਐਡਰੈਸ ਕਰਦੇ ਹੈ, ਉਹਦੇ 'ਚ ਲਫ਼ਜ਼ੀ ਮੇਰੀ ਸਰਕਾਰ ਹੈ, ਲੇਕਿਨ ਗਵਰਨਰ ਸਾਹਿਬ ਇਹ ਭੁੱਲ ਜਾਂਦੇ ਹੈ ਜਦੋਂ ਉਹ ਜਿਹੜਾ ਸਪੀਚ ਉਹ ਪੜ੍ਹ ਰਹੇ ਹੁੰਦੇ ਨਾ, ਜਿਹੜਾ ਐਡਰੈਸ, ਜਿਹੜੀ ਮੇਰੀ ਸਰਕਾਰ ਉਹ ਕਹਿੰਦੇ ਹੈ, ਉਹ ਗਵਰਨਰ ਸਾਹਿਬ ਦਾ ਲਿਖਿਆ ਨਹੀਂ ਹੁੰਦਾ, ਉਹ ਤਾਂ ਕੈਬਨਿਟ ਦਾ ਅਪਰੂਵ ਕੀਤਾ ਹੋਇਆ ਡਾਕੂਮੈਂਟ ਹੁੰਦਾ ਹੈ। ਤੇ ਗਵਰਨਰ ਸਾਹਿਬ ਜੇ ਕੋਈ ਚੇਂਜ ਕਰਾਉਣੀ ਚਾਹੁਣ ਤਾਂ ਉਹ ਵਾਪਸ ਕੈਬਨਿਟ ਕੋਲ ਜਾਏਗਾ, ਉਹਦੇ 'ਚ ਕੋਈ ਚੇਂਜ ਹੋਏਗੀ। ਗਵਰਨਰ ਸਾਹਿਬ ਸਿਰਫ ਰਿਕਮੈਂਡ ਕਰ ਸਕਦੇ ਹੈ ਜਾਂ ਵੱਧ ਤੋਂ ਵੱਧ ਇਹ ਕਰ ਸਕਦੇ ਹੈ ਕਿ ਉਹ ਕਿਸੇ ਲਾਈਨ ਨੂੰ ਇਗਨੋਰ ਕਰ ਜਾਣ। ਇਹ ਇਤਿਹਾਸ ਹੈਗਾ ਪੰਜਾਬ ਦਾ ਵੀ ਆ, ਬਾਕੀ ਸਟੇਟ ਦਾ ਵੀ ਹੈ। ਸੋ ਇਹ ਭੁਲੇਖਾ ਤਾਂ ਪਹਿਲਾਂ ਇੱਥੋਂ ਹੀ ਦੂਰ ਹੋ ਜਾਂਦਾ ਇਹਨਾਂ ਦਾ। ਜਿਹੜੀ ਅੱਜ ਇਹਨਾਂ ਨੇ ਗੱਲ ਕੀਤੀ ਹੈ ਕਿ ਮਾਈ ਗਵਰਨਮੈਂਟ, ਇਟ ਇਜ਼ ਯੋਰ ਗਵਰਨਮੈਂਟ ਬਟ ਯੂ ਆਰ ਨਾਟ ਦੀ ਗਵਰਨਮੈਂਟ। ਗਵਰਨਮੈਂਟ ਤਾਂ ਜਿਹੜੇ ਲੋਕ ਇਲੈਕਟ ਕਰਦੇ ਹੈ, ਗਵਰਨਮੈਂਟ ਤਾਂ ਉਹ ਹੈ। ਜੇ ਤੁਸੀਂ ਹੀ ਗਵਰਨਮੈਂਟ ਹੈ, ਫਿਰ ਜਿਹੜਾ ਇਹਨਾਂ
ਹਜ਼ਾਰਾਂ ਲੋਕ ਤੁਰੇ ਫਿਰਦੇ ਆ, ਮੰਤਰੀ ਤੇ ਇਹਨਾਂ ਦਾ ਅਮਲਾ ਫੈਲਾ, ਤੇ ਇਹਦੇ ਨਾਲ ਇੰਨੀਆਂ ਗੱਡੀਆਂ ਤੇ ਇੰਨੀ ਸਿਕਿਉਰਿਟੀ, ਇਹ ਲੋਕਾਂ ਤੇ ਇੰਨਾ ਬੋਝ ਵੀ ਕਿਹੜੀ ਗੱਲ ਦਾ ਪਿਆ ਲਿਆ। ਫਿਰ ਇਹਨਾਂ ਨੂੰ ਘਰ ਬਿਠਾਓ, ਤੁਸੀਂ ਕਹੋ ਵੀ ਸਰਕਾਰ ਤੇ ਮੇਰੀ ਹੈ, ਨਹੀਂ ਤਾਂ ਕੋਈ ਲੋੜ ਹੀ ਨਹੀਂ ਗੀ। ਇਹ ਰੌਲਾ ਹੀ ਮੁੱਕੇ ਸਾਰਾ ਰੋਜ਼ ਦਾ। ਇਹ ਗੱਲ ਮੁਕਾਓ, ਤੁਸੀਂ ਦਿੱਲੀ ਦੇ ਵਿੱਚ ਰਿਕਮੈਂਡ ਕਰੋ ਵੀ ਤੁਸੀਂ ਆਪਣਾ ਸਿਸਟਮ ਚੇਂਜ ਕਰੋ, ਇਹ ਫालतू ਖਰਚਾ ਹੈ, ਸਰਕਾਰ ਮੇਰੀ ਹੈ, ਇਹਨਾਂ ਦੀ ਕੋਈ ਲੋੜ ਨਹੀਂ, ਆਪਾਂ ਰਾਜੇਸ਼ਾਹੀ ਚਲਾਉਣੇ। ਜੇ ਉਹੀ ਸਿਸਟਮ ਲਿਆਉਣਾ ਤੁਸੀਂ ਰਾਜੇ ਵਾਲਾ ਤੇ ਜ਼ਰੂਰ ਲਿਆਓ। ਹਾਂਜੀ, ਜੇ ਇਹਨਾਂ ਦੀ ਲੋੜ ਹੀ ਨਹੀਂ, ਤੁਸੀਂ ਕਹੋਗੇ ਮੇਰੀ ਸਰਕਾਰ ਹੈ, ਟੈਕਨੀਕਲੀ ਸਾਰੇ ਗਜਟ ਨੋਟੀਫਿਕੇਸ਼ਨ ਸਟੇਟਸ ਦੇ ਵਿੱਚ ਗਵਰਨਰ ਦੇ ਨਾਂ ਤੇ ਇਸ਼ੂ ਹੋ ਜਾਂਦੇ ਆ, ਤੇ ਗਵਰਨਰ ਸਾਹਿਬ ਇੱਕੋ ਨਹੀਂ ਕਹਿੰਦੇ ਵੀ ਦਿੱਲੀ ਦੇ ਵਿੱਚ ਵੀ ਜਿਹੜੇ ਜਿੰਨੀ ਨੋਟੀਫਿਕੇਸ਼ਨ ਸੈਂਟਰ ਗਵਰਨਮੈਂਟ ਦੀਆਂ ਉਹ ਪ੍ਰੈਜ਼ੀਡੈਂਟ ਦੇ ਨਾਂ ਤੇ ਇਸ਼ੂ ਹੁੰਦੇ। ਕਦੇ ਕਿਸੇ ਪ੍ਰੈਜ਼ੀਡੈਂਟ ਨੇ ਕਿਹਾ ਕਿ ਭਾਈ ਸਰਕਾਰ ਤਾਂ ਮੈਂ, ਇਹ ਕੌਣ ਹੈ? ਗਵਰਨਮੈਂਟ ਦਿੱਲੀ ਦੇ ਵਿੱਚ ਪ੍ਰੈਜ਼ੀਡੈਂਟ ਦੀ ਪਾਵਰ ਕੀ ਹੈ ਤੇ ਗਵਰਨਰ ਦੀ ਪਾਵਰ ਕੀ ਹੈ, ਇਹ ਕੋਈ ਬਹੁਤਾ ਫਰਕ ਨਹੀਂ ਹੈ। ਇਹ ਜਿੰਨੇ ਫੈਸਲੇ ਸੋ ਕਾਲਡ ਰਾਸ਼ਟਰਪਤੀ ਜਾਂ ਗਵਰਨਰ ਲੈਂਦੇ ਹੈ ਆਨ ਦੀ ਰਿਕਮੈਂਡੇਸ਼ਨ ਆਫ ਦੀ ਕਾਉਂਸਲ ਆਫ ਮਿਨਿਸਟਰਸ ਹੈ, ਇਹਨਾਂ ਦੀ ਇੰਡੀਪੈਂਡੈਂਟ ਕੋਈ ਪਾਵਰ ਨਹੀਂ ਹੈ। ਜੀ ਹਾਂ, ਮਤਲਬ ਕੋਈ ਬਿੱਲ ਹੈ, ਜੇ ਤੇ ਕੋਈ ਗਵਰਨਰ ਸਾਹਿਬ ਨੂੰ ਆਬਜੈਕਸ਼ਨ ਹੈ ਤਾਂ ਵਾਪਸ ਭੇਜ ਸਕਦੇ ਆ। ਜੇ ਵਾਪਸ ਪਾਸ ਹੋ ਕੇ ਦੁਬਾਰਾ ਆ ਜਾਏ ਤੇ ਇਹਨਾਂ ਨੂੰ ਸਾਈਨ ਕਰਨੇ ਪੈਣੇ। ਜਿਹੜੀ ਇਹ ਬਾਈ ਗਵਰਨਮੈਂਟ ਕਹਿੰਦੇ ਆ ਨਾ, ਉਹ ਪਾਵਰ ਇੰਨੀ ਕੀ ਹੈ। ਹਾਂ, ਜੇ ਤੁਸੀਂ ਸਰਕਾਰ ਨੂੰ ਤੰਗ ਕਰਨਾ ਹੈ ਫਿਰ ਤੁਹਾਡੀ ਪਾਵਰ ਤਾਂ ਬਹੁਤ ਹੈਗੀ ਹੈ। ਵੈਸਟ ਬੰਗਾਲ ਦੇ ਵਿੱਚ ਬਹੁਤ ਕੁਝ ਹੋਇਆ, ਆ ਤਾਮਿਲਨਾਡੂ 'ਚ ਰੋਜ਼ ਰੌਲਾ ਪੈਂਦਾ ਰਹਿੰਦਾ ਹੈ। ਇਸੇ ਕਰਕੇ ਮੈਂ ਸ਼ੁਰੂ ਦੇ ਵਿੱਚ ਕਿਹਾ ਹੈ ਕਿ ਇਹ ਨਾਨ ਬੀਜੇਪੀ ਸਰਕਾਰਾਂ ਦੇ ਵਿੱਚ ਕਿਉਂ ਫਿਨਾਮਨਾ ਸਾਹਮਣੇ ਆ ਰਿਹਾ ਹੈ। ਇਹ ਕਿਸੇ ਡੀਪਰ ਡਿਜ਼ਾਈਨ ਦਾ ਪਾਰਟ ਹੈ ਕੇਂਦਰ ਦਾ। ਇਹ ਗੱਲ ਦੇਖਣ ਵਾਲੀ ਹੈ ਕਿ ਜੇ ਡਿਜ਼ਾਈਨ ਦਾ ਪਾਰਟ ਨਾ ਹੋਵੇ ਇਹ ਸਮੱਸਿਆ ਨਾਨ ਬੀਜੇਪੀ ਸਟੇਟ ਦੇ ਵਿੱਚ ਵੀ ਆਵੇ, ਉੱਥੇ ਨਹੀਂ ਆਉਂਦੀ। ਉੱਥੇ ਕਿਸੇ ਗਵਰਨਰ ਨੂੰ ਕਿਸੇ ਵੀ ਫੈਸਲੇ ਤੇ ਕੋਈ ਇਤਰਾਜ਼ ਨਹੀਂ। ਯੂਪੀ ਦੇ ਵਿੱਚ ਲੋਕਾਂ ਦੇ ਬੁਲਡੋਜ਼ਰ ਚੱਲ ਜਾਂਦੇ ਘਰਾਂ ਦੇ ਉੱਤੇ, ਗਵਰਨਰ ਸਾਹਿਬ ਉੱਥੇ ਦਾ ਕੁਝ ਬੋਲਦੇ ਹੀ ਨਹੀਂ। ਕਿ ਉਹ ਇਹਨਾਂ ਸਾਰੀਆਂ ਗੱਲਾਂ ਤੇ ਅੱਖਾਂ ਮੀਟ ਲੈਂਦੇ ਆ। ਇੰਨਾ ਕੁਛ ਬਾਹਰਲੀਆਂ ਸਟੇਟਸ 'ਚ ਹੋ ਰਿਹਾ ਜਿੱਥੇ ਯੂਪੀ ਦੀ ਆਪਣੀ ਬੀਜੇਪੀ ਦੀ ਸਰਕਾਰ ਹੈਗੀ ਹੈ, ਉੱਥੇ ਤਾਂ ਕੋਈ ਕਿੰਤੂ ਪਰੰਤੂ ਹੀ ਨਹੀਂ ਹੈ। ਕਿੰਤੂ ਪਰੰਤੂ ਕੇਵਲ ਉਹਨਾਂ ਹੀ ਸੂਬਿਆਂ 'ਚ ਕਿਉਂ ਹੈ ਜਿੱਥੇ ਬੀਜੇਪੀ ਦਾ ਆਪਣਾ ਰਾਜ ਨਹੀਂ ਹੈ। ਇਹਦਾ ਮਤਲਬ ਡਿਜ਼ਾਈਨ ਦਾ ਪਾਰਟ ਹੈ। ਲੇਕਿਨ ਇੱਕ ਗੱਲ ਬੜੀ ਸਪਸ਼ਟ ਹੈ, ਗਵਰਨਰ ਸਾਹਿਬ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਜਦੋਂ ਉਹ ਕਹਿੰਦੇ ਕਿ ਮਾਈ ਗਵਰਨਮੈਂਟ, ਯੂ ਆਰ ਨਾਟ ਦੀ ਗਵਰਨਮੈਂਟ ਲੋਕ ਇਲੈਕਟ ਕਰਦੇ ਆ। ਜੇ ਜਿਹੜੇ ਲੋਕ ਇਲੈਕਟ ਕਰਦੇ ਉਹ ਉਹਨਾਂ ਨੂੰ ਕਾਹਦੇ ਵਾਸਤੇ ਕਰਦੇ ਆ? ਉਹ ਬੇਸਿਕ ਇਸ਼ੂ ਹੈ। ਜਿਹੜੀ ਗਵਰਨਮੈਂਟ ਦੀ ਅਕਾਊਂਟੇਬਿਲਿਟੀ ਹੈ ਉਹ ਤਾਂ ਲੋਕਾਂ ਪ੍ਰਤੀ ਹੈ, ਉਹ ਗਵਰਨਰ ਸਾਹਿਬ ਦੇ ਪ੍ਰਤੀ ਅਕਾਊਂਟੇਬਿਲਿਟੀ ਨਹੀਂ ਹੈ। ਇਹ ਜਿਹੜਾ ਸਿਸਟਮ ਹੈ ਸਾਡਾ ਪਾਰਲੀਮੈਂਟਰੀ ਇਲੈਕਟਡ ਗਵਰਨਮੈਂਟ ਦੀ ਅਕਾਊਂਟੇਬਿਲਿਟੀ ਜਿਹੜੀ ਹੈ ਲੋਕਾਂ ਦੇ ਪ੍ਰਤੀ ਹੈ। ਜੇ ਗਵਰਨਮੈਂਟ ਦਾ ਕੰਮ ਨਹੀਂ ਕਰਨਗੇ ਠੀਕ ਤੇ 5 ਸਾਲ ਬਾਅਦ ਲੋਕ ਬਦਲ ਦੇਣਗੇ। ਗਵਰਨਰ ਦੀ ਨਾ ਤਾਂ ਕਦੇ ਕੋਈ ਅਕਾਊਂਟੇਬਿਲਿਟੀ ਹੈ ਤੇ ਨਾ ਇਹਨਾਂ ਦਾ ਕੋਈ ਲੋਕਾਂ ਦੇ ਨਾਲ ਇੰਟਰੈਕਸ਼ਨ ਹੈ। ਇਹ ਖਾਮ-ਖਾ ਇੰਟਰਫੇਅਰ ਕਰਨ ਦੀ ਕੋਸ਼ਿਸ਼ ਕਰ ਰਹੇ ਹੈ। ਬਾਰਡਰ ਦੇ ਇਲਾਕੇ 'ਚ ਕਈ ਵਾਰੀ ਜਾ ਰਹੇ ਹੈ। ਮੈਂ ਪਹਿਲਾਂ ਵੀ ਗੱਲ ਕੀਤੀ ਸੀ, ਉੱਥੇ ਕਹਿੰਦੇ ਵੀ ਡਰੋਨਸ ਆ ਜਾ ਰਹੀਆਂ ਤੇ ਇਹਨਾਂ ਡਰੱਗਸ ਆ ਰਹੀਆਂ। ਤੁਸੀਂ ਗੁਜਰਾਤ ਦੀ ਗੱਲ ਕਿਉਂ ਨਹੀਂ ਕਰਦੇ ਜਿੱਥੇ ਸ਼ਿਫਟ ਭਰੇ ਆਉਂਦੇ ਆ ਡਰੱਗਸ ਦੇ? ਤੁਸੀਂ ਓਵਰਲੁੱਕ ਕਰ ਰਹੇ ਆ ਸਾਰੀ ਗੱਲ। ਖਬਰਾਂ ਛਪਦੀਆਂ ਬਈ ਇੰਨੀ ਵੱਡੀ ਖੇਪ ਡਰੱਗ ਦੀ ਫੜੀ ਗਈ, ਇੰਨੇ 100 ਕਰੋੜ ਦੀ ਫੜੀ ਗਈ। ਜਿੱਥੇ 2-4 ਕਿਲੋ ਡਰੱਗ ਆਉਂਦੀ ਹੈ ਤੁਹਾਨੂੰ ਉੱਥੇ ਤਾਂ ਬਹੁਤ ਆਬਜੈਕਸ਼ਨ ਹੈ। ਜਿੱਥੇ ਇੰਨਾ ਮਾਲ ਗੁਜਰਾਤ ਦੇ ਕੋਸਟ ਤੋਂ ਆ ਰਿਹਾ ਹੈ ਉੱਥੇ ਤੁਹਾਡੀ ਅੱਖਾਂ ਬੰਦ ਹੈ। ਕਾਰਨ ਕੀ ਹੈ? ਪ੍ਰੋਫੈਸਰ ਖਾਲਸਾ ਸਾਹਿਬ, ਜਿਵੇਂ ਇੱਕ ਗੱਲ ਤਾਂ ਠੀਕ, ਅੱਜ ਗਵਰਨਰ ਨੇ ਪੋਲੀਟੀਕਲ ਸਟੇਟਮੈਂਟ ਹੋਰ ਦੇਤੀ। ਮੈਂ ਪ੍ਰਧਾਨ ਮੰਤਰੀ ਨੂੰ ਵੀ ਮਿਲੂੰਗਾ ਤੇ ਹੋਮ ਮਿਨਿਸਟਰ ਨੂੰ ਵੀ। ਮੈਂ ਕਹੂੰਗਾ ਕਿ ਡਰੋਨਾਂ ਨੂੰ ਰੋਕਣ ਦੇ ਲਈ ਸਰਜੀਕਲ ਅਟੈਕ ਕਰੋ। ਮੈਂ ਇਹ ਕਹੂੰਗਾ, ਇਹ ਕਹੇ ਗਵਰਨਰ ਸਾਹਿਬ ਨੇ। ਮੇਰੀ ਰਾਏ ਇਹ ਹੋਏਗੀ ਸਰਜੀਕਲ ਅਟੈਕ ਕਰਨਾ। ਔਰ ਕੀ ਇਹ ਗਵਰਨਰ ਦੇ ਦਾਇਰੇ ਦੀਆਂ ਗੱਲਾਂ ਹੁੰਦੀਆਂ ਨੇ। ਤੇ ਦੂਜੀ ਗੱਲ ਕੱਲ ਅਰਵਿੰਦ ਕੇਜਰੀਵਾਲ ਨੇ ਇੱਕ ਗੱਲ ਕੀਤੀ ਸੀ, ਜਿਵੇਂ ਦੂਜੇ ਰਾਜਾਂ ਨੂੰ ਥੋੜਾ ਜਿਹਾ ਮਤਲਬ ਇਹ ਦਿਖਾਉਣਾ ਹੁੰਦਾ ਵੀ ਤੁਸੀਂ ਨਾਲ ਲੱਗੋ ਸਾਡੇ, ਨਹੀਂ ਤਾਂ ਤੁਹਾਡੇ ਵੀ ਇਹੀ ਹੋ ਜਾਏਗਾ। ਉਹ ਕਹਿੰਦੇ ਜਿਹੋ ਜਿਹਾ ਆਰਡੀਨੈਂਸ ਸਾਡੇ ਦਿੱਲੀ 'ਚ ਹੋ ਗਿਆ ਨਾ, ਜੇ ਇੱਥੇ ਅਸੀਂ ਸਟੈਂਡ ਨਾ ਲਿਆ ਤਾਂ ਕੱਲ ਨੂੰ ਹੋਰ ਰਾਜ ਵੀ ਉਸੇ ਜਦ ਚ ਆਉਣਗੇ। ਤਾਂ ਇਹਦਾ ਮਤਲਬ ਉੱਪਰੋਂ ਇਸ਼ਾਰਾ ਇਹ ਹੈ ਕਿ ਪੰਜਾਬ 'ਚ ਤਾਂ ਇਹੋ ਜਿਹਾ ਕੁਝ ਕਰੋ, ਮਾੜਾ ਮੋਟਾ ਇਹਨਾਂ ਨੂੰ ਤੰਗ ਤੁੰਗ ਤਾਂ ਕਰੋ। ਚਾਹੇ ਆਰਡੀਨੈਂਸ ਤਾਂ ਨਹੀਂ ਖੈਰ ਉਸ ਪੱਧਰ ਦੇ ਉੱਤੇ ਆਉਣ ਦੀ ਕੋਈ ਇਹੋ ਜਿਹੀ ਗੱਲ ਲੱਗਦੀ, ਪਰ ਕਿਤੇ ਨਾ ਕਿਤੇ ਖਤਰੇ ਤਾਂ ਇਹੋ ਜਿਹੇ ਰਹਿੰਦੇ ਨੇ। ਜਿਵੇਂ ਜਦੋਂ ਜੰਮੂ ਕਸ਼ਮੀਰ ਦੀ 370 ਤੋੜੀ ਹੈ
ਪੰਜਾਬ 'ਚ ਇੱਕ ਚਰਚਾ ਜੀ ਚੱਲਣ ਲੱਗ ਗਈ ਸੀ ਵੀ ਅਗਲਾ ਪੜਾਅ ਪੰਜਾਬ ਵੀ ਹੋ ਸਕਦਾ ਜੇ ਤਾਂ 370 ਤੋੜਦੇ ਇਕੱਲੀ ਸਟੇਟ ਬਣਾ ਦਿੰਦੇ, ਉਹਨੂੰ ਸਟੇਟ ਰਹਿਣ ਦਿੰਦੇ ਫਿਰ ਅਲੱਗ ਗੱਲ ਸੀ। ਸਟੇਟ ਤੋਂ ਯੂਟੀ ਬਣਾਤਾ ਤੇ ਇਹਦਾ ਮਤਲਬ ਫਿਰ ਹੋਰ ਰਾਜ ਵੀ ਯੂਟੀ ਵੱਲ ਜਾ ਸਕਦੇ ਨੇ, ਕਿਉਂਕਿ ਜੇ ਗਵਰਨਮੈਂਟ ਉਸ ਲੈਵਲ ਤੇ ਗੱਲ ਕਰਦੀ ਹੈ। ਇਹ ਦੋਨਾਂ ਚੀਜ਼ਾਂ ਨੂੰ ਰਲਾ ਕੇ ਤੁਸੀਂ ਕਿਵੇਂ ਇਹਨੂੰ ਪ੍ਰਭਾਸ਼ਿਤ ਕਰੋਗੇ? ਦੇਖੋ ਹਮੀਰ ਸਿੰਘ ਜੀ, ਪਹਿਲੀ ਚੀਜ਼ ਤਾਂ ਇਹ ਹੈਗੀ ਹੈ, ਅਗਰ ਗਵਰਨਰ ਇਹ ਕਹਿੰਦਾ ਹੈ ਕਿ ਸੰਵਿਧਾਨ ਦੀ ਰੱਖਿਆ ਕਰ ਰਿਹਾ ਮੈਂ, ਤਾਂ ਸਭ ਤੋਂ ਵੱਡੀ ਅਰੱਖਿਆ ਸਮਝ ਲਓ ਸੰਵਿਧਾਨ ਦੀ ਗਵਰਨਰ ਕਰ ਰਿਹਾ ਹੈ, ਅਗਰ ਗਵਰਨਰ ਆਪ ਖੁਦਰਾ ਚੱਲਦਾ ਹੈ। ਔਰ ਗਵਰਨਰ ਦੇ ਅਸੀਂ ਸਿਸਟਮ ਕਿੱਥੋਂ ਲੈਤਾ ਹੈ? ਸਾਡਾ ਜਿਹੜਾ ਪਾਰਲੀਮੈਂਟਰੀ ਸਿਸਟਮ ਆ ਉਹ ਬ੍ਰਿਟਿਸ਼ ਪਾਰਲੀਮੈਂਟਰੀ ਸਿਸਟਮ ਦੇ ਉੱਪਰ ਆਧਾਰਿਤ ਹੈ। ਉੱਥੇ ਜਿਹੜਾ ਹੈਡ ਆਫ ਦਾ ਸਟੇਟ ਆ ਉਹਦੇ ਕੋਲ ਨਾ ਮਾਤਰ ਸ਼ਕਤੀਆਂ, ਅਸੀਂ ਵੀ ਨਾ ਮਾਤਰ ਸ਼ਕਤੀਆਂ ਰੱਖ ਕੇ ਹੀ ਸਾਡੇ ਪ੍ਰੈਜ਼ੀਡੈਂਟ ਚੱਲਦਾ, ਉਹਦੇ ਮੁਤਾਬਕ ਗਵਰਨਰ। ਲੇਕਿਨ ਜਦੋਂ ਸੰਵਿਧਾਨ ਸਭਾ ਬਣੀ ਹੈ ਔਰ ਉਹਦੇ ਵਿੱਚ ਡਿਸਕਸ਼ਨ ਹੋਈ ਹੈ, ਅੱਜ ਤੱਕ ਸਭ ਤੋਂ ਕੰਟਰੋਵਰਸ਼ੀਅਲ ਕਨਸਟੀਟਿਊਸ਼ਨ ਦੇ ਵਿੱਚ ਅਗਰ ਕੋਈ ਪਦ ਹੈ ਉਹ ਤਾਂ ਗਵਰਨਰ ਦਾ ਹੈਗਾ। ਗਵਰਨਰ ਦਾ ਮਿਸਯੂਜ਼ ਜਿਹੜਾ ਹੈਗਾ, ਗਵਰਨਰ ਇੱਕ ਏਜੰਟ ਦੇ ਰੂਪ ਚ ਕੰਮ ਕਰਦਾ ਹੈ, ਇੱਕ ਜਾਸੂਸ ਦੇ ਰੂਪ ਦੇ ਵਿੱਚ ਕੰਮ ਕਰਦਾ ਹੈ ਸੈਂਟਰਲ ਗਵਰਨਮੈਂਟ ਦੇ। ਸੈਂਟਰਲ ਗਵਰਨਮੈਂਟ ਦੇ ਇਸ਼ਾਰੇ ਉੱਪਰ ਉਹ ਕੁਝ ਕਰਦਾ ਹੈ ਜਿਹੜਾ ਕਿ ਸੰਵਿਧਾਨ ਦੀ ਮਰਿਆਦਾ ਜਾਂ ਸਾਡੇ ਕਨਸਟੀਟਿਊਸ਼ਨਲ ਸਿਸਟਮ ਦੇ ਬਿਲਕੁਲ ਅਗੇਂਸਟ ਹੈ। ਕੋਈ ਉਹਦੀ ਅਕਾਊਂਟੇਬਿਲਿਟੀ ਨਹੀਂ ਹੈ, ਕੋਈ ਰਿਸਪੌਂਸਿਬਿਲਿਟੀ ਨਹੀਂ ਹੈ, ਉਹਨੂੰ ਕੋਰਟ 'ਚ ਚੈਲੰਜ ਨਹੀਂ ਕੀਤਾ ਜਾ ਸਕਦਾ। ਉਹਦਾ ਬੌਸ ਜਿਹੜੇ ਹੈਗੇ ਆ ਉਹ ਦਿੱਲੀ ਬੈਠੇ ਆ, ਉਹਨਾਂ ਦੇ ਇਸ਼ਾਰੇ ਤੇ ਜੋ ਕੁਝ ਚਾਹੁੰਦੇ ਜਿਹੜੇ ਹੈਗੇ ਆ ਕਰਦੇ ਆ। ਲੇਕਿਨ ਗਵਰਨਰ ਇੱਕ ਗੱਲ ਭੁੱਲ ਜਾਂਦਾ ਜਿਸ ਵੇਲੇ ਉਹ ਕਹਿੰਦਾ ਮਾਈ ਗਵਰਨਮੈਂਟ, ਨਾਲ ਉਹ ਸੰਵਿਧਾਨ ਦੀ ਉਹ ਲਾਈਨ ਵੀ ਭੁੱਲ ਜਾਂਦਾ ਹੈ ਕਿ ਹੀ ਇਜ਼ ਬਾਉਂਡ ਵਿਦ ਦ ਐਡਵਾਈਸ ਆਫ ਦ ਕਾਉਂਸਲ ਆਫ ਮਿਨਿਸਟਰਸ। ਯਾਨੀ ਕਾਉਂਸਲ ਆਫ ਮਿਨਿਸਟਰ ਜੋ ਗੱਲ ਕਹੇਗੀ ਉਹਦੇ ਪਰ ਬੰਨੀ ਹੋਈ ਹੈ, ਉਹਨੂੰ ਕਰਨੀ ਪੈਣੀ ਹੈ। ਤੁਹਾਨੂੰ ਮੈਂ ਇੱਕ ਰੀਸੈਂਟਲੀ ਐਗਜ਼ਾਮਪਲ ਦਿੰਨਾ, ਐਕਸ ਜਿਹੜੇ ਗਵਰਨਰ ਆਪਣੇ JNK ਦੇ ਮਿਸਟਰ ਮਲਿਕ, ਉਹਨਾਂ ਦੀ ਇੱਕ ਇੰਟਰਵਿਊ ਮੈਂ ਸੁਣ ਰਿਹਾ ਸੀਗਾ। ਉਹ ਕਹਿੰਦੇ ਵੀ ਮੈਂ ਰਾਸ਼ਟਰਪਤੀ ਨੂੰ ਮਿਲਣ ਜਾ ਰਿਹਾ ਸੀਗਾ, ਰਸਤੇ 'ਚ ਉਹਨੇ ਕਹਿੰਦੇ ਨਹੀਂ ਜੀ ਉਹ ਕਿਤੇ ਹੋਰ ਬਿਜ਼ੀ ਹੋ ਗਏ। ਬਾਅਦ 'ਚ ਪਤਾ ਲੱਗਿਆ ਕਿ ਉੱਥੇ ਰਾਸ਼ਟਰਪਤੀ ਨੂੰ ਕਿਹਨੂੰ ਮਿਲਣ ਜਾਣਾ ਹੈ, ਕਿਹਨੇ ਨਹੀਂ ਮਿਲਣ ਦੇਣਾ, ਉਹ ਸਾਰਾ ਹੋਮ ਮਿਨਿਸਟਰੀ ਜਾਂ ਸਰਕਾਰ ਤੋਂ ਤੈਅ ਹੋ ਕੇ ਆਉਂਦਾ ਜਾਂ PMO ਤੋਂ ਤੈਅ ਹੋ ਕੇ ਆਉਂਦਾ। ਤਾਂ ਉੱਥੇ ਤਾਂ ਤੁਸੀਂ ਇੰਨਾ ਜ਼ਿਆਦਾ ਨਿਹੱਥਾ ਕੀਤਾ ਹੋਇਆ ਰਾਸ਼ਟਰਪਤੀ ਨੂੰ, ਔਰ ਇੱਥੇ ਗਵਰਨਰ ਨੂੰ ਕਹਿੰਦੇ ਆ ਤੂੰ ਚੱਕ ਦੇ ਫਟੇ। ਔਰ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਬਿਲਕੁਲ ਸਹੀ ਹੈ ਕਿ ਜਿਹੜੀਆਂ ਨਾਨ BJP ਗਵਰਨਮੈਂਟਸ ਹੈ, ਉਹ ਸੈਂਟਰ ਗਵਰਨਮੈਂਟ ਜਿਹੜੀ BJP ਦੀ ਹੈ ਉਹਦੇ ਕੋਲ ਦੋ ਚੀਜ਼ਾਂ, ਜਾਂ ਤਾਂ ਸਾਡੀ ਸਰਕਾਰ ਹੋਣੀ ਚਾਹੀਦੀ ਹੈ, ਨਹੀਂ ਸੀ ਅਸੀਂ ਗਵਰਨਰ ਦੇ ਥਰੂ ਜਿੱਥੇ ਜਿੱਥੇ ਸਰਕਾਰਾਂ ਸਾਡੀਆਂ ਨਹੀਂ ਹਨ ਉਸ ਤਰ੍ਹਾਂ ਤੰਗ ਕਰਕੇ ਤੁਹਾਨੂੰ ਉਹ ਭਜਾਵਾਂਗੇ। ਆਪਾਂ ਜਿੰਨੇ ਵੀ ਤਾਮਿਲਨਾਡੂ ਦੀ ਐਗਜ਼ਾਮਪਲ ਦਿੱਤੀ ਹੈ, ਵੈਸਟ ਬੰਗਾਲ ਦੀ ਐਗਜ਼ਾਮਪਲ ਦਿੱਤੀ ਹੈ, ਜਾਂ ਹੋਰ ਕਈ ਜਗ੍ਹਾ ਪੰਜਾਬ ਦੇ ਵਿੱਚ ਵੀ ਜਿਹੜਾ ਹੈਗਾ ਇਹੀ ਚੱਲ ਰਿਹਾ, ਜਿਹਦੇ ਵਿੱਚ ਇਹ ਹੈਗਾ ਕਿ ਜਿਹੜਾ ਗਵਰਨਰ ਹੈ ਉਹ ਬਿਲਕੁਲ ਆਪ ਮੁਹਾਰਾ, ਆਪ ਹੁਦਰਾ, ਯਾਨੀ ਜਿਨ੍ਹਾਂ ਪਾਵਰ ਦੀ ਕਿਤੇ ਕੋਈ ਜਗ੍ਹਾ ਸੰਵਿਧਾਨ ਦੇ ਵਿੱਚ ਨਹੀਂ ਹੈ। ਮੈਂ ਰੀਸੈਂਟ ਐਗਜ਼ਾਮਪਲ ਤੁਹਾਨੂੰ ਦਿੰਨਾ ਕਿ ਜੀ ਆਪਣੇ CM ਪੰਜਾਬ ਤੇ CM ਹਰਿਆਣਾ ਨੂੰ ਬੁਲਾ ਲਿਆ ਪੰਜਾਬ ਯੂਨੀਵਰਸਿਟੀ ਦੇ ਬਾਰੇ ਕਿ ਜੀ ਹਰਿਆਣੇ ਦੇ ਕਾਲਜ ਜਿਹੜੇ ਹੈਗੇ ਐਫੀਲੀਏਟ ਕਰਨੇ ਆ। ਤੁਸੀਂ ਦੱਸੋ ਗਵਰਨਰ ਕੋਲ ਕਿਹੜੀ ਪਾਵਰ ਹੈ? ਗਵਰਨਰ ਨਾ ਚਾਂਸਲਰ ਪੰਜਾਬ ਯੂਨੀਵਰਸਿਟੀ ਦਾ ਹੈ, ਨਾ ਗਵਰਨਰ ਕਿਸੇ ਸੈਂਟਰ ਦੀ ਹਰਿਆਣੇ ਦੀ ਕਿਸੇ ਯੂਨੀਵਰਸਿਟੀ ਦਾ ਚਾਂਸਲਰ ਹੈ, ਨਾ ਉਹਦੇ ਕੋਲ ਕੋਈ ਐਡੀਸ਼ਨਲ ਚਾਰਜ ਹੈ ਦੋਨਾਂ ਸਟੇਟਾਂ ਦਾ। ਤੂੰ ਪੰਜਾਬ ਦਾ ਸਟੇਟ, ਔਰ ਫਿਰ ਇੱਥੇ ਬੈਠ ਕੇ ਤੁਸੀਂ ਪੱਖ ਪੂਰਦੇ ਹੋ ਹਰਿਆਣੇ ਦਾ ਜੀ ਕਿ ਠੀਕ ਹੈ ਕੋਈ ਗੱਲ ਨਹੀਂ, ਜੇ ਹਰਿਆਣੇ ਦੇ 4 ਕਾਲਜ ਲੱਗ ਵੀ ਜਾਣਗੇ ਤੁਹਾਡੇ ਨਾਲ ਕੀ ਫਰਕ ਪੈਂਦਾ। ਯਾਨੀ ਇਹ ਜਿਹਨੂੰ ਕਹਿੰਦੇ ਬੇਇੰਤਹਾ ਅਨਕਨਸਟੀਟਿਊਸ਼ਨਲ ਜਾਂ ਇਲੀਗਲ ਇਹ ਸਾਰੀਆਂ ਚੀਜ਼ਾਂ ਹੈਗੀਆਂ ਜਿਹੜੇ ਕਿ ਗਵਰਨਰ ਕਰ ਰਹੇ ਆ। ਇਹ ਵੀ ਸਿੱਖ ਐਗਜ਼ਾਮਪਲ ਨਹੀਂ ਹੈ, ਤੁਸੀਂ ਸੈਂਕੜੇ ਐਗਜ਼ਾਮਪਲਸ ਮਿਲ ਜਾਂਦੀਆਂ ਅਗਰ ਆਪਾਂ ਗਵਰਨਰਸ ਦੀ, ਅਸੀਂ ਤਾਂ ਪੜਾਉਨੇ ਆ ਹਿਸਟਰੀ ਆਫ ਗਵਰਨਰਸ ਕਿ ਕਿਸ ਤਰੀਕੇ ਦੇ ਨਾਲ ਗਵਰਨਰ ਮਿਸਬਿਹੇਵ ਕਰਦੇ ਰਹੇ ਚੀਫ ਮਿਨਿਸਟਰਾਂ ਦੇ ਨਾਲ। ਗਵਰਨਰ ਕੋਲ ਇੱਕ ਪਾਵਰ ਹੈਗੀ ਆ ਬੜੀ, ਉਹ ਹੈਗੇ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਲਾਉਣਾ, ਕਿਉਂਕਿ ਉਹ ਚਾਂਸਲਰ ਹੁੰਦਾ ਸਾਰੀਆਂ ਯੂਨੀਵਰਸਿਟੀਆਂ ਦੇ। ਇੱਥੋਂ ਤੱਕ ਤੰਗ ਹੋਏ ਚੀਫ ਮਿਨਿਸਟਰਸ ਕਿ ਉਹਨਾਂ ਨੇ ਇਹ ਪਾਵਰਾਂ ਗਵਰਨਰ ਤੋਂ ਲੈ ਕੇ CMs ਵਗੈਰਾ ਨੂੰ ਦਿੱਤੀਆਂ। ਗਵਰਨਰ ਜਿਹੜੇ ਹੈਗੇ ਆ ਉਹ ਉੱਥੇ ਆਪਣੀ ਮਨਮਰਜ਼ੀ ਕਰਦੇ ਆ, ਉਹ ਕਹਿੰਦੇ ਨਹੀਂ ਜੀ ਮੈਂ ਚਾਂਸਲਰ ਹਾਂ ਜੋ ਵੀ ਕਰਾਂ। ਯਾਨੀ ਤੁਸੀਂ ਪੈਨਲ ਭੇਜਦੇ ਹੋ ਪ੍ਰੋਫੈਸਰਾਂ ਦਾ, ਉਹ ਕਹਿੰਦੇ ਨਹੀਂ ਜੀ ਮੈਂ ਤਾਂ ਇਹਨੂੰ ਲਾਉਣਾ ਹੈਗਾ। ਔਰ ਉੱਥੇ ਕਈ ਵਾਰ ਆਈਡੀਓਲੋਜੀਕਲੀ ਮੋਟੀਵੇਟਡ ਬੰਦੇ ਜਿਹੜੇ ਹੈਗੇ ਆ ਉਹ ਲਾਏ ਜਾਂਦੇ ਆ ਔਰ ਗਵਰਨਰ ਆਪਣੀ ਮਨਮਰਜ਼ੀ ਕਰਦੇ ਆ। ਮੈਂ ਰਾਜਸਥਾਨ ਦੀ ਐਗਜ਼ਾਮਪਲ ਦੇ ਸਕਦਾ ਜਾਂ ਹੋਰ ਕਈ ਜਗ੍ਹਾ ਦੀ ਐਗਜ਼ਾਮਪਲ, ਬਹੁਤ ਹੀ ਜਿਹਨੂੰ ਕਹਿੰਦੇ ਆ ਬ੍ਰੇਜ਼ਨਲੀ ਮਿਸਯੂਜ਼ ਆਫ ਪਾਵਰਸ ਗਵਰਨਰ ਜਿਹੜਾ ਹੈਗਾ ਕਰ ਰਹੇ ਆ। ਔਰ ਇਹਦੇ ਅਗੇਂਸਟ ਲੋਕ ਅਗਰ ਪੋਲੀਟੀਕਲ ਪਾਰਟੀਜ਼ ਦੀ ਜਿਹੜੀ ਵਿਡੰਬਨਾ ਹੈਗੀ ਹੈ ਕਿ ਕਿਉਂਕਿ ਇੱਕ ਪਾਰਟੀ ਦੀ ਸਰਕਾਰ ਹੈ, ਦੂਜਾ ਕਹਿੰਦਾ ਠੀਕ ਹੈ ਇਹਨਾਂ ਨੂੰ ਤੰਗ ਕਰਦਾ ਕਰੀ ਚੱਲੋ, ਬਜਾਏ ਇਸ ਦੇ ਕਿ ਇਸ ਇਸ਼ੂ ਦੇ ਉੱਪਰ ਸਾਰੇ ਇਕੱਠੇ ਹੋਣ ਕਿ ਨਹੀਂ ਵੀ ਨਹੀਂ
संविधान के मुताबिक सारा कुछ चलना चाहिए है। और अगर संविधान की कोई अवेलना गवर्नर करता है तो असं सारे जने इकट्ठे हैं, लेकिन इस तरह अनफॉर्चुनेटली नहीं है। असी इस तरह की बाई पार्टीजन पॉलिटिक्स करना नहीं सीखे हुए, जिसकी वजह करके गवर्नर को पता है कि मैं इन्हों तंग करूंगा, दूजे मेरी हल्लाशेरी देंगे, और पंजाब च भी हो रहा है। ਪਰ ਸਭ ਇੱਕ ਚੱਲਦੇ ਨਾਲ ਛੋਟਾ ਜਿਹਾ ਸਵਾਲ ਇਹ ਵੀ ਐਡਰੈਸ ਕਰ ਦਿਓ ਕਿ ਜਦੋਂ ਉਹ ਕਹਿੰਦੇ ਕਿ ਮੈਨੂੰ ਚਿੱਠੀ ਦਾ ਜਵਾਬ ਦੇਣਾ, ਸੁਪਰੀਮ ਕੋਰਟ ਦਾ ਸਹਾਰਾ ਲੈ ਕੇ ਕਹਿ ਰਹੇ ਨੇ ਕਿ ਗਵਰਨਰ ਦੀਆਂ ਚਿੱਠੀਆਂ ਦਾ ਜਵਾਬ ਦੇਣਾ ਜਾਂ ਜਿਹੜਾ ਕੈਬਨਿਟ ਜਾਂ ਗਵਰਨਮੈਂਟ ਡਿਸੀਜਨ ਕਰਦੀ ਹੈ ਉਹਨਾਂ ਬਾਰੇ ਇਨਫੋਰਮ ਕਰਨਾ ਇਲੈਕਟਡ ਗਵਰਨਮੈਂਟ ਦੀ ਵੀ ਜ਼ਿੰਮੇਵਾਰੀ ਹੈ। ਔਰ ਇਸੇ ਕਰਕੇ ਉਹ ਕਹਿ ਰਹੇ ਵੀ ਮੈਂ ਸੁਪਰੀਮ ਕੋਰਟ ਜਾਊਂਗਾ, ਕਿਉਂਕਿ ਸੁਪਰੀਮ ਕੋਰਟ ਦੀ ਮੈਂ ਤਾਂ ਗੱਲ ਮੰਨ ਰਿਹਾ ਕਿ ਮੈਂ ਇਸ ਕਰਕੇ ਨਹੀਂ ਕਰ ਰਿਹਾ। ਔਰ ਨਾਲ ਇੱਕ ਲਾਈਨ ਕਹਿਤੀ ਅੱਜ ਉਹਨਾਂ ਨੇ ਕਿ ਮੈਂ ਭਗਵੰਤ ਮਾਨ ਉਹਨਾਂ ਨੇ ਜੋ ਉੱਥੇ ਦਿੱਲੀ 'ਚ ਕਿਹਾ ਮੈਂ ਉਸ ਪੱਧਰ ਤੇ ਨਹੀਂ ਕਹਿ ਸਕਦਾ, ਕਿਉਂਕਿ ਮੈਨੂੰ ਕਿਹਾ ਹੈ ਕਿ ਤੂੰ ਬਰਾਬਰੀ ਨਹੀਂ ਕਰਨੀ, ਮੈਂ ਉਹ ਬਰਾਬਰੀ ਨਹੀਂ ਕਰ ਰਿਹਾ। ਇਸ ਕਰਕੇ ਪਰ ਮੈਨੂੰ ਉਹਨਾਂ ਨੂੰ ਇਨਫੋਰਮੇਸ਼ਨ ਨਾ ਦੇਣ ਕਰਕੇ ਮੇਰੇ ਕੋਲ ਇੱਕ ਪੁਆਇੰਟ ਹੈਗਾ। देखो गल यह है भी राइट टू बी इनफॉर्म्ड गवर्नर का राइट है। जिस तरीके दे नाल राष्ट्रपति को इनफॉर्म किया जाए, तो याद होगा एक बहुत लंबी चौड़ी कंट्रोवर्सी चली सी राजीव गांधी वर्सिस ज्ञानी जैल सिंह, इस इशू को लैके राइट टू बी इनफॉर्म्ड जिहड़ा जिहड़ा कम्युनिकेशन है गवर्नर ते सरकार दे विच वो रहना चाहिए। वो असीं एग्री करते हैं कि ਜਿਹੜੇ कैबिनेट ਦੇ ਵਿੱਚ फैसले ਹੁੰਦੇ ਆ ਉਹਦੀ ਇਨਫੋਰਮੇਸ਼ਨ ਗਵਰਨਰ ਕੋਲ ਚਾਹੀਦੀ ਹੈ, ਚਾਹੇ ਨਾਮਾਤਰੀ ਸਹੀ ਹੈਡ ਆਫ ਦ ਸਟੇਟ ਦਾ ਹੈ। ਉੱਥੇ ਅਸੀਂ ਕੋਈ अनकॉन्स्टिट्यूशनल गल नहीं कर रहे, लेकिन अगर गवर्नर कहे क्योंकि सरकार मेरी है और मैं अपनी मर्जी करूंगा, वो भी अनकॉन्स्टिट्यूशनल। दोनों चीज़ों के उपर आपां नूं ऑब्जेक्टिवली व्यू पॉइंट लेना चाहिए, और उस ऑब्जेक्टिविटी दे विच गवर्नर ते चुनी हुई सरकार उन्हां दोनों दे विच एक लाइजन एक एक जिहड़ी कम्युनिकेशन वो कदे नहीं टुटना चाहिए, क्योंकि दोनों ते बिना सरकार नहीं चल सकती। तुसी जिन्ने भी डिसीजन लेने हो कैबिनेट दे विच या जिन्ने भी तुसी बिल पारित करते हो विधान सभा दे विच, वो गवर्नर ऊपर लैके बैठ जूगा। बैठे हैं कई गवर्नर, और वो कहता मैं तो राष्ट्रपति नहीं भेजूंगा। राष्ट्रपति का मतलब है सेंट्रल गवर्नमेंट को भेजता। अगर अपोजिशन की सरकार है वो कदे अप्रूव होके आना ही नहीं। बड़े ऐसे लॉ बनाए हैं विधान सभावां ने जिहड़े कि गवर्नर ऊपर बैठ गए, मुड़ के फाइल ही नहीं कटी। बड़िया बार इस तरह इस करके क्योंकि अल्टीमेटली रिस्पॉन्स जिहड़ा हैगा अफेक्टेड कौन है, लोग हैं। लोगों वास्ते गवर्नर भी लोगों वास्ते काम कर रहा है, सरकार भी लोगों वास्ते काम कर रही है। अगर दोनों दे विच कम्युनिकेशन नहीं होगा तो लोग सफर करेंगे अल्टीमेटली, जिन्हां वास्ते लेजिस्लेशन करना है विधान सभा ने और राष्ट्रपति ने गवर्नर ने मंजूरी देनी। तो इस करके मैं कहना भी ये भी होना चाहिए डेफिनेटली, लेकिन गवर्नर और चुनी हुई सरकार उन्हां नूं ये मर्यादा दे विच संविधानक मर्यादा दे विच रह के ही काम करना चाहिए। ਸੁਦਾ ਜਗਤਾਰ ਸਿੰਘ ਜੀ, ਇੱਕ ਨੈਰੇਟਿਵ ਬਾਰ-ਬਾਰ ਸਿਰਜਿਆ ਜਾਂਦਾ ਚੋਣਾਂ ਤੋਂ ਲੈ ਕੇ ਲਗਾਤਾਰ ਬੀਜੇਪੀ ਵੱਲੋਂ ਡਬਲ ਇੰਜਣ ਦੀ ਸਰਕਾਰ, ਕਿ ਸੂਬੇ 'ਚ ਵੀ ਸਾਡੀ ਹੋਏਗੀ ਤਾਂ ਉੱਪਰ ਵੀ ਸਾਡੀ ਹੋਏਗੀ ਤਾਂ ਡਿਵੈਲਪਮੈਂਟ ਜ਼ਿਆਦਾ ਹੁੰਦੀ ਹੈ। ਕਿਤੇ ਲੋਕਾਂ ਦਾ ਧਿਆਨ ਉਸ ਪਾਸੇ ਦੇ ਡਿਜ਼ਾਈਨ ਦਾ ਹਿੱਸਾ ਤਾਂ ਨਹੀਂ ਹੋ ਸਕਦਾ ਵੀ ਜਦੋਂ ਇੱਕ ਗੱਲ ਸਾਰੇ ਸਹਿਮਤੀ ਬਣਦੀ ਹੈ ਕਿ ਆਪੋਜੀਸ਼ਨ ਦੀਆਂ ਸਰਕਾਰਾਂ ਨੂੰ ਕਿਉਂ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਜਾਂ ਬਾਕੀ ਨਹੀਂ ਹੈ, ਤਾਂ ਇੱਕ ਦਰਸਾਉਣ ਦਾ ਇਹ ਤਰੀਕਾ ਵੀ ਹੋ ਸਕਦਾ ਕਿ ਦੇਖੋ ਜੀ ਕਨਫਲਿਕਟ ਪਏ ਰਹਿੰਦੇ ਨੇ, ਕੰਮ ਨਹੀਂ ਹੁੰਦੇ, ਡਿਵੈਲਪਮੈਂਟਾਂ ਰੁਕ ਜਾਂਦੀਆਂ ਨੇ, ਕਿਉਂ ਨਾ ਇੱਕੋ ਪਾਰਟੀ ਦੀ ਸਰਕਾਰ ਬਣਾ ਦਿੱਤੀ ਜਾਵੇ। ਜਾਂ ਇੱਕ ਹੋਰ ਸਲੋਗਨ ਵੀ ਬੀਜੇਪੀ ਲਗਾਤਾਰ ਮਤਲਬ ਵਾਟਰ ਟੈਸਟ ਇੱਕ ਕਹਿ ਸਕਦੇ ਕਰਦੀ ਰਹੀ ਹੈ ਕਿ ਇੱਥੇ ਵੀ ਇੱਕ ਚੋਣ ਸਿਸਟਮ ਚਲਾ ਦਿੱਤਾ ਜਾਵੇ, ਰਾਜ ਹੋਵੇ ਜਿਹੜਾ ਮਰਜ਼ੀ ਹੋਵੇ, ਪੰਚਾਇਤ ਹੋਵੇ, ਇੱਕੋ ਵਾਰ ਇੱਕੋ ਚੋਣ ਹੋਵੇ, ਜਿਹਨੂੰ ਲਗਭਗ ਪ੍ਰੈਜ਼ੀਡੈਂਸ਼ੀਅਲ ਫਾਰਮ ਆਫ ਗਵਰਨਮੈਂਟ ਦੇ ਨੇੜੇ ਲਿਜਾਣ ਦਾ ਇੱਕ ਤਰੀਕਾ ਹੋਵੇ। ਕਿ ਪਬਲਿਕ ਓਪੀਨੀਅਨ ਬਿਲਡ ਕਰਨ ਦੇ ਤਰੀਕੇ ਦੇ ਤੌਰ ਤੇ ਤਾਂ ਨਹੀਂ ਕਿਤੇ ਇਹ ਚੀਜ਼ਾਂ ਵਰਤੋਂ 'ਚ ਆ ਰਹੀਆਂ ਕਿਸੇ ਨਾ ਕਿਸੇ ਰੂਪ 'ਚ? ਕਰਨਾਟਕਾ ਦੀ ਇਲੈਕਸ਼ਨ ਨੇ ਇਹ ਗੱਲ ਤਾਂ ਪ੍ਰੂਵ ਕਰਤੀ ਵੀ ਜਿਹੜਾ ਡਬਲ ਇੰਜਣ ਦਾ ਨਾਰਾ ਹੈ ਨਾ ਇਹਨਾਂ ਦਾ, ਉਹ ਲੋਕਾਂ ਨੇ ਰਿਜੈਕਟ ਕਰਤਾ ਬਹੁਤ ਬੁਰੀ ਤਰ੍ਹਾਂ। ਉੱਥੇ ਮੈਨੂੰ ਲੱਗਦਾ ਇਹ ਹੋਇਆ ਕਿ ਇੱਕ ਇੰਜਣ ਦਾ ਮੂੰਹ ਇੱਕ ਪਾਸੇ ਸੀ, ਦੂਜੇ ਇੰਜਣ ਦਾ ਦੂਜੇ ਪਾਸੇ ਸੀ, ਤੇ ਉਹ ਦੋਵਾਂ ਇੰਜਣਾਂ ਨੇ ਗੱਡੀ ਖਿੱਚੀ ਤੇ ਵਿਚਾਲੇ ਟੁੱਟ ਗਈ ਇਹਨਾਂ ਦੀ, ਤੇ ਉਹ ਲਿਓ ਲੈ ਗਈ। ਹੁਣ ਜਿੰਨੀ ਬੁਰੀ ਤਰ੍ਹਾਂ ਉੱਥੇ ਹਾਰ ਹੋਈ ਹੈ ਤੇ ਲੋਕਾਂ ਨੇ ਡਬਲ ਇੰਜਣ ਜਿਹੜੀ ਨਾਅਰੇਬਾਜ਼ੀ ਸੀਗੀ ਉਹ ਹੁਣ ਇਸ ਤਰ੍ਹਾਂ ਲੋਕ ਪਸੰਦ ਨਹੀਂ ਕਰਦੇ। ਮੈਂ ਐਗਜ਼ਾਮਪਲ ਇੱਕ ਹੋਰ ਦਿਨ ਜਿਹੜੀ ਗੱਲ ਕਰਦੇ ਮੇਰੇ ਸਡਨਲੀ ਮੇਰੇ ਦਿਮਾਗ ਦੇ ਵਿੱਚ ਆ ਗਈ। ਪ੍ਰੈਜ਼ੀਡੈਂਟ ਆਫ ਇੰਡੀਆ ਉਹਦਾ ਇੱਕ ਡੈਜ਼ਿਗਨੇਸ਼ਨ ਹੋਰ ਹੈ, ਜਿਹੜੇ ਸਾਡੇ ਗਵਰਨਰ ਸਾਹਿਬ ਕਹਿੰਦੇ ਆ ਨਾ ਕਿ ਮੇਰੇ ਫੈਸਲੇ ਮੇਰੀ ਸਰਕਾਰ, ਮੈਂ ਉਸ ਕੰਟੈਸਟ ਕਰ ਰਿਹਾ ਕਿਉਂਕਿ ਇਹ ਦੋਵੇਂ ਰਾਸ਼ਟਰਪਤੀ ਤੇ ਗਵਰਨਰ ਦੀਆਂ ਜਿਹੜੀ ਰੋਲ ਹੈ ਉਹ ਆਲਮੋਸਟ ਸੇਮ ਹੈ, ਐਡਵਾਈਜ਼ਰੀ ਹੈ।
ਤੇ ਇਹ ਕੌਂਸਲ ਆਫ ਮਿਨਿਸਟਰ ਦੀ ਰਿਕਮੈਂਡੇਸ਼ਨ ਤੇ ਆਪਣੇ ਫੈਸਲੇ ਲੈਂਦੀ ਹੈ। ਰਾਸ਼ਟਰਪਤੀ ਦਾ ਇੱਕ ਡੈਜ਼ਿਗਨੇਸ਼ਨ ਹੋ ਰਿਹਾ, ਦੈਟ ਇਜ਼ ਸੁਪਰੀਮ ਕਮਾਂਡਰ ਆਫ ਦੀ ਆਰਮਡ ਫੋਰਸਿਸ। 1947 ਤੋਂ ਬਾਅਦ ਜਿਹੜਾ ਸਭ ਤੋਂ ਵੱਡਾ ਮਿਲਟਰੀ ਆਪਰੇਸ਼ਨ ਹੈ ਪੋਸਟ ਇੰਡੀਪੈਂਡੈਂਸ ਇੰਡੀਅਨ ਆਰਮੀ ਦਾ, ਆਪਰੇਸ਼ਨ ਬਲੂ ਸਟਾਰ, ਕਿ ਉਸ ਵੇਲੇ ਦੇ ਪ੍ਰਾਈਮ ਮਿਨਿਸਟਰ ਨੇ ਸੁਪਰੀਮ ਕਮਾਂਡਰ ਨੂੰ ਪੁੱਛ ਕੇ ਆਰਮੀ ਦਰਬਾਰ ਸਾਹਿਬ ਭੇਜੀ ਸੀ। ਸਰਕਾਰ ਜਵਾਬ ਦੇਵੇ ਜਾਂ ਗਵਰਨਰ ਸਾਹਿਬ ਜਵਾਬ ਦੇਣ ਨਾ। ਗਵਰਨਰ ਸਾਹਿਬ ਤਾਂ ਪੰਜਾਬ ਦੇ ਗਵਰਨਰ ਹੈ, ਪੰਜਾਬ ਦੀ ਦਰਬਾਰ ਸਾਹਿਬ ਹੈ ਜਿੱਥੇ ਆਰਮੀ ਭੇਜੀ ਗਈ ਸੀਗੀ। ਗਵਰਨਰ ਸਾਹਿਬ ਫਾਈਲਾਂ ਪਿਛਲੇ ਕੰਸਲਟ ਕਰ ਲੈਣ, ਉੱਥੋਂ ਕੇਂਦਰ ਚੋਂ ਪਤਾ ਕਰਾ ਲੈਣ ਵੀ ਸੁਪਰੀਮ ਕੋਰਟ ਨੇ ਫੌਜ ਭੇਜੀ ਸੀ ਕਿ ਕਿਹਦੇ ਆਰਡਰ ਤੇ ਫੌਜ ਇੱਥੇ ਆਈ ਸੀ। ਨਾਲੇ ਸਾਰੀ ਗੱਲ ਵੀ ਕਲੀਅਰ ਹੋ ਜਾਏਗੀ, ਨਾਲੇ ਇਹਨਾਂ ਦੀ ਪਾਵਰ ਦਾ ਰੌਲਾ ਵੀ ਖਤਮ ਹੋ ਜਾਏਗਾ ਜਿਹੜਾ ਇਹ ਕਲੇਮ ਕਰਦੇ ਹੈ ਕਿ ਪਾਵਰ ਤਾਂ ਮੇਰੀ ਹੈ। ਮੈਂ ਇਸ ਵਿਚਾਰ ਦਾ ਹੁਣ ਹੈ ਕਿ ਜਿੰਨੀਆਂ ਨਾਨ ਬੀਜੇਪੀ ਸਟੇਟਸ ਹੈਗੀਆਂ, ਇਹਨਾਂ ਨੂੰ ਆਪਣੀਆਂ ਅਸੈਂਬਲੀਜ਼ ਦੇ ਵਿੱਚ ਗਵਰਨਰ ਦੇ ਰੋਲ ਬਾਰੇ ਇੱਕ ਮਤੇ ਪਾਸ ਕਰਨੇ ਚਾਹੀਦੇ ਆ ਤਾਂ ਕਿ ਇਹਨੂੰ ਉਸ ਲੈਵਲ ਤੇ ਨਜਿੱਠਿਆ ਜਾ ਸਕੇ। ਜਿਹੜੀ ਬੀਜੇਪੀ ਦੀ ਸਰਕਾਰ ਦੀ ਰੋਜ਼-ਰੋਜ਼ ਇੰਟਰਫੀਅਰੈਂਸ ਇਹਨਾਂ ਸਰਕਾਰਾਂ ਦੇ ਵਿੱਚ, ਉਹਨੂੰ ਤਾਂ ਹੀ ਕਨਫਰੰਟ ਕੀਤਾ ਜਾ ਸਕਦਾ। ਮੈਂ ਕਹਿੰਦਾ ਵੀ ਰੁਕੇਗੀ ਨਹੀਂ, ਕਨਫਰੰਟ ਜ਼ਰੂਰ ਕਰਨਾ ਚਾਹੀਦਾ ਔਰ ਉਸ ਲੈਵਲ ਤੇ ਕਰਨਾ ਚਾਹੀਦਾ। ਸਪੈਸ਼ਲ ਸੈਸ਼ਨ ਬੁਲਾ ਕੇ ਸਰਕਾਰਾਂ ਗਵਰਨਰ ਦੇ ਰੋਲ ਦੇ ਬਾਰੇ ਮਤੇ ਪਾਸ ਕਰਨ ਤਾਂ ਕਿ ਇਹਨਾਂ ਨੂੰ ਰੋਕਿਆ ਜਾ ਸਕੇ। ਪ੍ਰੋਫੈਸਰ ਖਾਲਦ, ਜਿਵੇਂ ਗਾਹੇ ਬਗਾਹੇ ਵੱਖ-ਵੱਖ ਪਹਿਲਾਂ ਕਾਂਗਰਸ ਵੇਲੇ ਵੀ ਹੁੰਦਾ ਰਿਹਾ, ਗਵਰਨਰ ਸਰਕਾਰ 356 ਲਾ ਕੇ ਟੁੱਟਦੀਆਂ ਰਹੀਆਂ ਨੇ ਗਵਰਨਮੈਂਟਾਂ, ਔਰ ਪੰਜਾਬ ਭੁਗਤ ਭੋਗੀ ਹੈ ਕਾਫੀ ਇਹਨਾਂ ਮਾਮਲਿਆਂ ਦਾ ਲਗਾਤਾਰ। ਤੇ ਪਰ ਹੁਣ ਕੱਲੇ ਤੌਰ ਦੇ ਉੱਤੇ ਜਿਹੜਾ ਹੁਣ ਟ੍ਰੈਂਡ ਚੱਲ ਰਿਹਾ ਵੀ ਇੱਕ ਗਵਰਨਮੈਂਟ ਤੰਗ ਹੁੰਦੀ ਹੈ ਸੂਬੇ ਦੀ, ਦੂਜਾ ਕਹਿੰਦਾ ਚੱਲ ਮੈਂ ਕੀ ਲੈਣਾ ਹੈ। ਮਤਲਬ ਕੋਈ ਯੂਨਾਈਟਿਡ ਕਦੇ ਐ ਵੀ ਨਹੀਂ ਦੇਖਿਆ ਕਿ ਜਿਹੜੀਆਂ ਚੀਫ ਮਿਨਿਸਟਰ ਨੇ ਜਿਹੜੇ ਗਵਰਨਰਾਂ ਤੋਂ ਪੀੜਤ ਨੇ ਜਾਂ ਗਵਰਨਮੈਂਟ ਆਫ ਇੰਡੀਆ ਦੇ ਦਖਲ ਤੋਂ ਇਹ ਮਹਿਸੂਸ ਕਰ ਰਹੇ ਨੇ ਕਿ ਫੈਡਰਲ ਸਟਰਕਚਰ ਦੇ ਤਹਿਤ ਵੀ ਜੋ ਸਾਡੇ ਰਾਈਟਸ ਨੇ ਉਹ ਕਰਟੇਲ ਵੀ ਹੋ ਰਹੇ ਨੇ, ਜਾਂ ਜਿੰਨੇ ਹੁਣ ਵੀ ਹੈ ਕਿ ਉਹਨਾਂ ਦੀ ਵੀ ਵਰਤੋਂ ਕਰਨ ਦੀ ਸਾਨੂੰ ਉਸ ਲੈਵਲ ਤੇ ਖੁੱਲ੍ਹ ਨਹੀਂ ਦਿਖਾਈ ਦੇ ਰਹੀ। ਤੇ ਉਹ ਜਿਹੜਾ ਇੱਕ ਪੋਲੀਟੀਕਲ ਡਿਸਕੋਰਸ ਹੁੰਦਾ ਹੈ, ਕਿਤੇ ਆਵਾਜ਼ ਪਬਲਿਕ ਓਪੀਨੀਅਨ ਬਣਾਉਣ ਦਾ, ਕਿਤੇ ਪੋਲੀਟੀਕਲ ਸਟ੍ਰੈਟਜੀ ਬਣਾਉਣ ਦਾ, ਜਾਂ ਸਾਰਿਆਂ ਦਾ ਇੱਕ ਪ੍ਰੈਸ਼ਰ ਬਿਲਡ ਕਰਨ ਦਾ ਜਿਹੜੀ ਚੀਫ ਮਿਨਿਸਟਰ ਲੈਵਲ ਤੇ ਉਹ ਹੁੰਦਾ ਹੈ। ਹੁਣ ਥੋੜਾ ਜਿਹਾ ਆਮ ਆਦਮੀ ਪਾਰਟੀ ਨੂੰ ਕੱਲੇ ਆਰਡੀਨੈਂਸ ਨੂੰ ਲੈ ਕੇ ਤਾਂ ਘੁੰਮੇ ਨੇ, ਤਾਲਮੇਲ ਵੀ ਕੀਤਾ ਵੱਖ-ਵੱਖ ਮਾਮਲਿਆਂ ਦੇ ਵਿੱਚ, ਪਰ ਉਹ ਇੱਕ ਇਸ਼ੂ ਹੈ। ਕੰਟੀਨਿਊ ਲੰਮੇ ਸਮੇਂ 'ਚ ਪ੍ਰੋਬਲਮ ਕਿਵੇਂ ਟੈਕਲ ਹੋਵੇ, ਉਹਦੇ ਤੇ ਕੋਈ ਇਨੀਸ਼ੀਏਟਿਵ ਕਿਉਂ ਬਹੁਤ ਕਮਜ਼ੋਰ ਜਾਂ ਘੱਟ ਦਿਖਾਈ ਦੇ ਰਿਹਾ? ਦੇਖੋ ਹਮੀਰ ਸਿੰਘ ਜੀ, ਆਪਾਂ ਸਭ ਜਾਣਦੇ ਹਾਂ ਕਿ ਇਸ ਵੇਲੇ ਜਿਹੜੀ ਡਿਸਪੈਂਸੇਸ਼ਨ ਸਾਡੇ ਪਰ ਰਾਜ ਕਰ ਰਹੀ ਹੈ ਕੇਂਦਰ ਤੋਂ, ਉਹਨਾਂ ਦਾ ਜਿਹੜਾ ਇੱਕ ਸੁਪਨਾ ਹੈ ਉਹ ਕੀ ਹੈ ਕਿ ਅਖੰਡ ਭਾਰਤ ਵਾਲਾ ਸੁਪਨਾ, ਜਿਹੜਾ ਕਿ ਆਪਣੇ ਨਵੀਂ ਪਾਰਲੀਮੈਂਟ ਦੇ ਵਿੱਚ ਦਿਖਾਇਆ, ਜਿਹਦੇ ਪਰ ਕਈ ਨੇਬਰਿੰਗ ਕੰਟਰੀਜ਼ ਨੇ ਆਬਜੈਕਸ਼ਨ ਵੀ ਕੀਤਾ ਹੈ। ਇਹ ਕਹਿੰਦੇ ਜੀ ਸਰਕਾਰ ਜਿਹੜੀ ਹੈਗੀ ਹੈ ਉੱਪਰ ਵੀ ਉਹੀ ਹੋਣੀ ਚਾਹੀਦੀ ਹੈ, ਨੀਚੇ ਵੀ, ਜਿਹਨੂੰ ਆਪਾਂ ਡਬਲ ਇੰਜਨ ਦੀ ਸਰਕਾਰ ਕਹਿੰਦੇ ਆ। ਉਹ ਕਹਿੰਦੇ ਜੀ ਇਲੈਕਸ਼ਨ ਵੀ ਇੱਕ ਹੋਣਾ ਚਾਹੀਦਾ ਹੈ, ਪੂਰੇ ਦੇਸ਼ ਦੇ ਵਿੱਚ ਇੱਕੋ ਵਾਰ ਇਲੈਕਸ਼ਨ ਹੋ ਗਿਆ। ਉਹ ਕਹਿੰਦੇ ਆ ਕਿ ਲੈਂਗੁਏਜ ਵੀ ਇੱਕ ਹੋਣੀ ਚਾਹੀਦੀ ਹੈ, ਕਲਚਰ ਵੀ ਇੱਕ ਹੋਣਾ ਚਾਹੀਦਾ ਹੈ। ਇੱਥੇ ਤੱਕ ਕਿ ਸਾਰੇ ਬੰਦੇ ਜਿਹੜੇ ਇੰਡੀਆ 'ਚ ਰਹਿੰਦੇ ਉਹ ਹਿੰਦੂ ਹੈ, ਰਿਲੀਜਨ ਵੀ ਇੱਕ ਬਣਾਤਾ ਧੱਕੇ ਨਾਲ, ਔਰ ਰਾਸ਼ਨ ਕਾਰਡ ਵੀ ਇੱਕ ਹੋਣਾ ਚਾਹੀਦਾ। ਉਹ ਸਾਰੀਆਂ ਚੀਜ਼ਾਂ ਇੱਕ ਹੋਣੀਆਂ ਚਾਹੀਦੀਆਂ। ਡਾਈਵਰਸਿਟੀ ਖਤਮ ਕਰ ਦਿਓ। ਜਿਸ ਡਾਈਵਰਸਿਟੀ ਕਰਕੇ ਦੇਸ਼ ਜਾਣਿਆ ਜਾਂਦਾ ਸੀਗਾ, ਔਰ ਜਿਸ ਡਾਈਵਰਸਿਟੀ ਨੂੰ ਸੈਂਕੜੇ ਬਲਕਿ ਹਜ਼ਾਰਾਂ ਸਾਲਾਂ ਦੇ ਵਿੱਚ ਬਿਲਡ ਕੀਤਾ ਹੈ, ਔਰ ਜਿਹੜਾ ਕਿ ਆਈਡੀਆ ਆਫ ਇੰਡੀਆ ਦਾ ਇੰਪੋਰਟੈਂਟ ਪਾਰਟ ਹੈ, ਜਿਹੜਾ ਕਿ ਸਾਡੇ ਸੰਵਿਧਾਨ ਨਿਰਮਾਤਾਵਾਂ ਨੇ ਸਾਨੂੰ ਦਿੱਤਾ ਹੈ, ਉਹਨੂੰ ਖਤਮ ਕਰਕੇ, ਉਹਨੂੰ ਡਿਮੋਲਿਸ਼ ਕਰਕੇ, ਟ੍ਰੈਂਪਲ ਕਰਕੇ ਇੱਕ ਐਸਾ ਇੰਡੀਆ ਬਣਾ ਦਿਓ ਜਿਹੜਾ ਕਿ ਇੱਕੋ ਰੰਗ 'ਚ ਰੰਗਿਆ ਹੋਵੇ। ਉਹਦੇ ਵਿੱਚ ਜੇ ਤੁਸੀਂ ਸਰਕਾਰਾਂ ਸੈਂਟਰ 'ਚ ਵੀ ਉਸੇ ਦੀ ਸਰਕਾਰ ਡਬਲ ਇੰਜਨ ਦੀ ਹੋਵੇ ਤਾਂ ਸਟੇਟ ਗਵਰਨਮੈਂਟ ਤਾਂ ਬਿਲਕੁਲ ਨਫੀ ਹੋ ਕੇ ਰਹਿ ਜਾਂਦੀ ਹੈ। ਫਿਰ ਤਾਂ ਕੇਂਦਰੀ ਚਲਾਉਂਦਾ ਹੈ, ਜਿਹੜੀ ਸਰਕਾਰ ਚਲਾਉਂਦਾ ਹੈ। ਆਪਾਂ ਨੂੰ ਸਭ ਨੂੰ ਇਸ ਗੱਲ ਦਾ ਪਤਾ ਹੈ। ਦੂਸਰੀ ਜਿਹੜੀ ਚੀਜ਼ ਹੈਗੀ ਹੈ ਕਿ ਜਿਹੜੇ ਗਵਰਨਰਸ ਹੈ, ਬਜਾਏ ਇਸ ਦੇ ਕਿ ਉਹ ਸੰਵਿਧਾਨ ਦੀ ਮਰਿਆਦਾ ਦੇ ਮੁਤਾਬਕ ਕੰਮ ਕਰਨ, ਆਪਾਂ ਦੇਖ ਰਹੇ ਹਾਂ ਗਵਰਨਰਾਂ ਦੇ ਹਾਊਸਿਸ ਨੂੰ ਇਸਤੇਮਾਲ ਕੀਤਾ ਜਾਂਦਾ ਹੈ ਸਰਕਾਰਾਂ ਤੋੜਨ ਦੇ ਵਿੱਚ। ਉੱਥੇ ਫੈਸਲੇ ਕੀਤੇ ਜਾਂਦੇ ਆ ਕਿਹਦੀ ਸਰਕਾਰ ਤੋੜ ਕੇ ਕਿਹਦੀ ਬਣਾਉਣੀ ਹੈ। ਉੱਥੇ ਫੈਸਲੇ ਕੀਤੇ ਜਾਂਦੇ ਆ ਕਿ ਕਿਸ ਤਰੀਕੇ ਦੇ ਨਾਲ ਖਰੀਦ ਫਰੋਖਤ ਹੋਊਗੀ, ਕੌਣ ਕਿਹੜੀ ਗੀਟੀ ਕਿਵੇਂ ਖੇਡੀ ਜਾਏਗੀ, ਸਰਕਾਰਾਂ ਦੇ ਉੱਪਰ, ਸੈਂਟਰ ਦੇ ਇਸ਼ਾਰੇ ਦੇ ਉੱਪਰ। ਇਹ ਸਾਰੀਆਂ ਚੀਜ਼ਾਂ ਵਾਸਤੇ ਤਾਂ ਗਵਰਨਰ ਨਹੀਂ ਸੀਗਾ। ਗਵਰਨਰ ਦਾ ਪਦ ਜਿਹੜਾ ਹੈਗਾ ਉਹ ਇਸ ਵਾਸਤੇ ਨਹੀਂ ਸੀਗਾ ਕਿ ਆਪਾਂ ਦੇਖਦੇ ਹੋ ਅਜੀਤ ਪਰਿਵਾਰ ਦੀ ਆਪਾਂ ਇੱਕ ਐਗਜ਼ਾਮਪਲ ਲੈ ਲੈਂਦੇ ਹਾਂ। ਹੁਣੀ ਸੁਪਰੀਮ ਕੋਰਟ ਦਾ ਫੈਸਲਾ ਆਇਆ ਇਹਦੇ ਬਾਰੇ, ਮਹਾਰਾਸ਼ਟਰ ਦੇ ਬਾਰੇ। ਕਿੱਡਾ ਮਤਲਬ ਹੈ, ਕਿੱਡਾ ਹੀ ਦੁਖਾਵਾਂ ਫੈਸਲਾ ਹੈਗਾ
ਇਸ ਚੀਜ਼ ਨੂੰ ਲੈ ਕੇ ਕਿ ਸਾਡਾ ਸੰਵਿਧਾਨਕ ਢਾਂਚਾ ਜਾਂ ਜਿਹੜੇ ਲੋਕ ਸੰਵਿਧਾਨਕ ਪਦਾਂ ਤੇ ਬੈਠੇ ਹੈ ਕਿਸ ਤਰੀਕੇ ਦੇ ਨਾਲ ਕੰਮ ਕਰ ਰਹੇ ਹੈ। ਕਿਆ ਅਸੀਂ ਔਰ ਫਿਰ ਗਵਰਨਰ ਜਿਹੜੇ ਹੈਗੇ ਉਹ ਥਿਕ ਸਕਿੰਡ ਹੋ ਗਏ ਹੈ। ਕਈ ਗਵਰਨਰ ਕਹਿੰਦੇ ਕਈ ਚਲੋ ਅਸੀਂ ਤਾਂ ਉਹ ਕਰਨਾ ਜੋ ਸਾਨੂੰ ਇਸ਼ਾਰਾ ਹੈ। ਔਰ ਇਸ ਕਰਕੇ ਜਿਹੜਾ ਗਵਰਨਰ ਦੀਆਂ ਪਾਵਰਾਂ ਨੂੰ ਲੈ ਕੇ ਇਹ ਨਵਾਂ ਘਚੋਲਾ ਪਾਇਆ ਹੋਇਆ ਹੈ, ਉਹ ਕਿਸੇ ਇਸ਼ਾਰੇ ਦੇ ਉੱਪਰ ਪਾਇਆ ਹੋਇਆ ਡੀਸਟੇਬਲਾਈਜ਼ ਕਰ ਦਿਓ ਸਰਕਾਰਾਂ, ਯਾਨੀ ਅੰਗਰੇਜ਼ੀ ਚ ਕਹਿੰਦੇ ਆ ਗਿਵ ਦਾ ਬੈਡ ਨੇਮ ਟੂ ਸ਼ੂਟ ਇਟ। ਪਹਿਲਾਂ ਸਰਕਾਰਾਂ ਡੀਸਟੇਬਲਾਈਜ਼ ਕਰੋ, ਫੇਰ ਕਹੋ ਕਿ ਇਹਨਾਂ ਤੋਂ ਸਰਕਾਰਾਂ ਚੱਲਦੀਆਂ ਨਹੀਂ, ਫਿਰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਲੈਕਸ਼ਨ ਦੇ ਵੇਲੇ ਉਸ ਚੀਜ਼ ਨੂੰ ਮੁੱਦਾ ਬਣਾ ਕੇ ਦੇਖੋ ਜੀ ਸਰਕਾਰ ਤਾਂ ਸਟੇਬਲ ਅਸੀਂ ਹੀ ਦੇ ਸਕਦੇ ਹਾਂ। ਇਹ ਚੀਜ਼ ਜਿਹੜੀ ਹੈਗੀ ਹੈ ਇਹ ਬਹੁਤ ਹੀ ਅਨਫੋਰਚੂਨੇਟ ਹੈ। ਔਰ ਮੈਂ ਫੇਰ ਇਹ ਗੱਲ ਕਹੂੰਗਾ ਕਿ ਕਮ ਸੇ ਕਮ ਇਸ ਇਸ਼ੂ ਦੇ ਉੱਪਰ ਪੋਲੀਟੀਕਲ ਪਾਰਟੀਆਂ ਨੂੰ ਇਕੱਠੇ ਹੋਣਾ ਚਾਹੀਦਾ ਹੈ। ਅੱਜ ਕਿਸੇ ਦੀ ਵਾਰੀ ਹੈ, ਕੱਲ ਨੂੰ ਕਿਸੇ ਹੋਰ ਦੀ ਵਾਰੀ ਹੋਏਗੀ। ਜਿੱਥੇ ਤੱਕ ਸਵਾਲ ਹੈ ਕੱਲ ਦਾ ਜਿਹੜੀ ਪ੍ਰੈਸ ਕਾਨਫਰੰਸ, ਕੱਲ ਦੀ ਜਿਹੜੀ ਰਾਮਲੀਲਾ ਗਰਾਊਂਡ ਵਾਲੀ ਰੈਲੀ ਹੈ, ਉਹਦੇ ਵਿੱਚ ਕੱਲ ਆਪਾਂ ਨੇ ਇਹਦੇ ਉੱਪਰ ਡਿਸਕਸ਼ਨ ਕੀਤੀ ਹੈ ਕਿ ਅਰਵਿੰਦ ਕੇਜਰੀਵਾਲ ਨੂੰ ਇਸ ਵੇਲੇ ਸੁਝ ਰਿਹਾ ਹੈ ਕਿ ਹਾਂ ਵੀ ਸਾਰੇ ਇਕੱਠੇ ਹੋ ਜਾਓ, ਕਿਸੇ ਵੀ ਦੂਜੇ ਦੀ ਗੱਲ ਚੱਲਦੀ ਹੈ, ਚੱਲੂਗੀ ਕੱਲ ਨੂੰ। ਲੇਕਿਨ ਮੈਂ ਫਿਰ ਉਹੀ ਗੱਲ ਕਹਾਂਗਾ ਕਿ ਡਿਫਰੈਂਟ ਇਸ਼ੂਜ਼ ਜਿੱਥੇ ਫੈਡਰਲ ਸਟਰਕਚਰ ਨੂੰ ਇੰਨਾ ਜ਼ਿਆਦਾ ਨੁਕਸਾਨ ਸੈਂਟਰ ਗਵਰਨਮੈਂਟ ਪਹੁੰਚਾ ਰਹੀ ਸੀਗੀ ਤਾਂ ਉਹ ਤਾਂ ਚੁੱਪ ਕਰੇ ਬੈਠੇ ਸੀਗੇ। ਕੱਲ ਇਹਨਾਂ ਨੇ ਕਿਹਾ ਜਗਰਾਜ ਸਿੰਘ ਜੀ ਨੇ ਕਿ ਜ਼ਿਆਦਾਤਰ ਕੇਸਿਸ ਦੇ ਵਿੱਚ ਆਪਾਂ ਦੇਖਿਆ ਉਹ ਸੈਂਟਰ ਦੇ ਨਾਲ ਹਾਂ ਛਾਂ ਮਿਲਾਉਂਦੇ ਦਿਖਿਆ ਅਰਵਿੰਦ ਕੇਜਰੀਵਾਲ। ਹੁਣ ਆਪਣੇ ਨੂੰ ਪਈ ਹੈ, ਆਪਣੀ ਗਵਰਨੈਂਸ ਨੂੰ ਕਿਤੇ ਨਾ ਕਿਤੇ ਧੱਕਾ ਪਹੁੰਚਿਆ, ਹੁਣ ਤੁਸੀਂ ਹਾਹਾਕਾਰ ਮਚਾ ਦਿਓ। ਇਸ ਕਰਕੇ ਕਈ ਚੀਜ਼ਾਂ ਦੇ ਵਿੱਚ ਪੋਲੀਟੀਕਲ ਪਾਰਟੀਆਂ, ਰੀਜਨਲ ਪੋਲੀਟੀਕਲ ਪਾਰਟੀਆਂ ਖਾਸ ਤੌਰ पर, ਕਿਉਂਕਿ ਰੀਜਨਲ ਪੋਲੀਟੀਕਲ ਪਾਰਟੀਆਂ में ਕਾਂਗਰਸ ਇੰਨਾ ਰੌਲਾ ਨਹੀਂ ਪਾਏਗੀ ਕਿਉਂਕਿ ਕੱਲ ਨੂੰ ਕਾਂਗਰਸ ਪਾਵਰ ਚ ਆਏਗੀ, ਉਹ ਵੀ ਇੱਕ ਸੈਂਟਰਲਾਈਜ਼ਡ ਪੋਲੀਟੀਕਲ ਪਾਰਟੀ, ਉਹ ਵੀ ਇੱਕ ਮਤਲਬ ਨੈਸ਼ਨਲ ਲੈਵਲ ਦੀ, ਉਹਨੇ ਵੀ ਉਹੀ ਕੰਮ ਕੀਤਾ ਸੀਗਾ। ਉਹ ਜ਼ਰਾ ਮੋਡਰੇਟ ਢੰਗ ਨਾਲ ਕੀਤਾ ਹੋਏਗਾ, ਇਹ ਜ਼ਰਾ ਤੀਬਰ ਢੰਗ ਨਾਲ ਕਰ ਰਹੇ ਆ, ਕੀਤਾ ਤਾਂ ਹੈ ਹੀ। ਇਸ ਚੀਜ਼ ਨੂੰ ਸਾਹਮਣੇ ਰੱਖਦੇ ਹੋਏ ਪੋਲੀਟੀਕਲ ਪਾਰਟੀਆਂ ਦੇ ਵਿੱਚ ਇਹ ਨੈਰੇਟਿਵ ਜ਼ਰੂਰ ਸਿਰਜਣਾ ਚਾਹੀਦਾ ਕਿ ਵੀ ਠੀਕ ਹੈ ਕਮ ਵਟ ਮੇ ਕਮ ਸੇ ਕਮ ਜਿਹੜੀ ਸੰਵਿਧਾਨ ਦੀ ਇਹ ਮਰਿਆਦਾ ਹੈ ਇਹਨੂੰ ਤਾਂ ਆਪਾਂ ਬਚਾ ਕੇ ਰੱਖੀਏ, ਕਿਉਂਕਿ ਅਗਰ ਇਹ ਨਹੀਂ ਹੈ ਤਾਂ ਸਟੇਟ ਦੀਆਂ ਗਵਰਨਮੈਂਟਾਂ ਜਿਹੜੀਆਂ ਹੈਗੀਆਂ ਉਹ ਖਤਮ ਹੋ ਜਾਣਗੀਆਂ। ਸੁਦਾ ਜਗਤਾਰ ਸਿੰਘ ਜੀ, ਜਿਹੋ ਜਿਹਾ ਹੁਣ ਚੱਲ ਰਿਹਾ ਮਤਲਬ ਪੈਟਰਨ ਜਿਹੜਾ ਹਰ ਰੋਜ਼ ਹੀ ਇੱਕ ਗਵਰਨਰਾਂ ਦੇ, ਕਿਤੇ ਤਾਮਿਲਨਾਡੂ ਸਰਕਾਰ ਨੇ ਵੀ ਨੀਟ ਤੇ ਵੀ ਆਪਣਾ ਐਕਟ ਬਣਾਤਾ, ਬਾਕੀ ਦੇ ਮੁੱਦਿਆਂ ਦੇ ਵੀ ਉਹ ਕਹਿੰਦੇ 10 ਸਾਡੇ ਐਕਟ ਪੈਂਡਿੰਗ ਪਏ ਨੇ ਗਵਰਨਰ ਕੋਲੇ ਬਿੱਲ, ਗਵਰਨਮੈਂਟ ਆਫ ਇੰਡੀਆ ਨਹੀਂ ਦਖਲ ਦੇਵੇ ਤੇ ਨਹੀਂ ਤਾਂ ਫਿਰ ਇਹ ਸਿਸਟਮ ਜਾਮ ਹੋਇਆ ਪਿਆ, ਸਾਡੇ ਤਾਂ ਕੰਮ ਖੜਾ ਹੈ। ਔਰ ਵੈਸਟ ਬੰਗਾਲ ਵਾਲੇ ਗਵਰਨਰ ਸਾਹਿਬ ਨੇ ਜੋ ਰੋਲ ਨਿਭਾਇਆ, ਉਹਨਾਂ ਦੀ ਤਰੱਕੀ ਹੋ ਗਈ, ਉਹ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਬਣ ਗਏ। ਕਈ ਚੀਜ਼ਾਂ ਉਸ ਪੱਧਰ ਦੇ ਉੱਤੇ ਵੀ ਤਾਂ ਨਾ ਜਦੋਂ ਤੁਹਾਨੂੰ ਪ੍ਰਮੋਟ ਕੀਤਾ ਜਾ ਰਿਹਾ ਹੁੰਦਾ। ਪਰ ਇਨ ਫਿਊਚਰ ਜਿਹੜੀ ਇੱਕ ਤਾਂ ਸੈਂਟਰਲਾਈਜੇਸ਼ਨ ਦੀ ਤਰੀਕਾਕਾਰ ਹੈ ਸਰਕਾਰ ਦਾ, ਔਰ ਜਿਹੜੀ ਪੋਲਿਟਿਕਸ ਹੈ, ਕੀ ਕੋਈ ਬਾਈਨਰੀ ਵੀ ਇਹੋ ਜੀ ਤੁਸੀਂ ਫਿਊਚਰ ਦੇ ਵਿੱਚ ਦੇਖਦੇ ਹੋ ਕਿ ਕਦੇ ਇਹ ਇਸ ਗੱਲ ਤੇ ਮਤਲਬ ਪੋਲਰਾਈਜੇਸ਼ਨ ਹੋ ਸਕਦੀ ਹੈ ਕਿ ਆਹ ਧਿਰਾਂ ਨੇ ਜਿਹੜੀਆਂ ਇਹ ਡੀਸੈਂਟਰਲਾਈਜੇਸ਼ਨ ਆਫ ਫੈਡਰਲ ਸਟਰਕਚਰ ਦੀਆਂ ਨੇ, ਇਹ ਧਿਰਾਂ ਸੈਂਟਰਲਾਈਜੇਸ਼ਨ ਵਾਲੀਆਂ ਨੇ, ਕਦੇ ਉਹਦੇ ਤੇ ਪੋਲਿੰਗ? ਇੱਕ ਜ਼ਮਾਨੇ 'ਚ ਪਹਿਲਾਂ ਇਹ ਕਿਹਾ ਜਾਣ ਲੱਗ ਗਿਆ ਸੀ ਕਿ ਰੀਜਨਲ ਪਾਰਟੀਆਂ ਤੋਂ ਬਿਨਾਂ ਹੁਣ ਗਵਰਨਮੈਂਟ ਇੰਡੀਆ ਪੱਧਰ ਤੇ ਬਣਨੀ ਨਹੀਂ। 27-28 ਸਾਲ ਕੋਲੀਸ਼ਨ ਗਵਰਨਮੈਂਟਾਂ ਰਹੀਆਂ ਵੀ, ਉਦੋਂ ਖੈਰ ਇਹਨਾਂ ਦਾ ਮਿਸਯੂਜ ਵੀ ਘੱਟ ਹੋਇਆ ਉਹ ਪੀਰੀਅਡ ਦੇ ਦੌਰਾਨ। ਜਦੋਂ ਕਿਸੇ ਇੱਕ ਪਾਰਟੀ ਦੀ ਉਸ ਪੱਧਰ ਤੇ ਸਰਕਾਰ ਨਹੀਂ ਰਹਿੰਦੀ ਤਾਂ ਔਖਾ ਹੋ ਜਾਂਦਾ, ਥੋੜਾ ਜਿਹਾ ਬਚ ਕੇ ਚੱਲਣਾ ਪੈਂਦਾ ਕਿਸੇ ਨਾ ਕਿਸੇ ਰੂਪ ਦੇ ਵਿੱਚ। ਔਰ ਜਦੋਂ ਦੀ ਪੂਰੀ ਬੀਜੇਪੀ ਨੂੰ ਤਾਕਤ ਮਿਲੀ ਹੈ 2014 ਤੋਂ ਬਾਅਦ, ਜਾਂ ਕਾਂਗਰਸ ਨੂੰ ਜਦੋਂ ਪਹਿਲਾਂ ਪੂਰੀ ਮਿਲਦੀ ਰਹੀ ਹੈ, ਇੱਕ ਪਾਰਟੀ ਰੂਲ ਦੇ ਫਿੱਟ ਹੀ ਨਹੀਂ ਸਾਡਾ ਕੰਟਰੀ। ਸਾਨੂੰ ਇਹ ਨਹੀਂ ਨਜ਼ਰ ਆਉਂਦਾ ਆਉਣ ਵਾਲੇ ਦਿਨਾਂ ਦੇ ਵਿੱਚ ਕਿ ਜੇ ਇੰਨੀ ਡਾਇਵਰਸਿਟੀ ਹੈ ਤਾਂ ਸਰਕਾਰ 'ਚ ਹਿੱਸੇਦਾਰੀ ਵੀ, ਤਾਂ ਚਾਹੇ ਉਹ ਜੂਨੀਅਰ ਗਵਰਨਮੈਂਟ ਹੋਵੇ, ਤਾਂ ਜੇ ਸਭ ਦੀ ਕਿਸੇ ਤਰੀਕੇ ਨਾਲ ਆਏਗੀ ਤਾਂ ਚੀਜ਼ ਠੀਕ ਪਾਸੇ ਵੱਲ ਕੋਈ ਚੱਲ ਪਾਏਗੀ। ਆਪਣਾ ਨਾਨ ਕਾਂਗਰਸ ਕਹੋ, ਮੈਂ ਆਪੋਜੀਸ਼ਨ ਸਟੇਟਸ ਦੀ ਗੱਲ ਨਹੀਂ ਕਰਦਾ ਹੁੰਦਾ। ਪਹਿਲੀ ਵਾਰ ਕਾਂਗਰਸ ਦੀ ਮੋਨੋਪੋਲੀ ਟੁੱਟੀ ਸੀਗੀ 67 ਦੇ ਇਲੈਕਸ਼ਨ ਦੇ ਵਿੱਚ। ਉਦੋਂ ਸਟੇਟਸ ਦੇ ਵਿੱਚ, ਕਈ ਸਟੇਟ ਦੇ ਵਿੱਚ ਸਰਕਾਰਾਂ ਨਾਨ ਕਾਂਗਰਸ ਦੀਆਂ ਬਣੀਆਂ ਸੀਗੀਆਂ। ਮੈਂ ਆਪੋਜੀਸ਼ਨ ਲਫ਼ਜ਼ ਯੂਜ਼ ਨਹੀਂ ਕਰਦਾ ਉਹਦੇ ਵਿੱਚ। ਕਾਂਗਰਸ ਤਾਂ ਉਦੋਂ ਬਹੁਤ ਸਟਰੋਂਗ ਪਾਰਟੀ ਸੀ। ਸੋ ਮੁਲਕ ਨੇ ਇੱਕ ਨਵਾਂ ਐਕਸਪੈਰੀਮੈਂਟ ਦੇਖਿਆ ਕਿ ਜਦੋਂ ਇੱਕ ਵੱਖਰੀ ਤਰ੍ਹਾਂ ਦੀ ਵੱਖਰੀ ਪਾਰਟੀ ਦੀ ਸਰਕਾਰ ਕਿਸੇ ਸਟੇਟ ਦੇ ਵਿੱਚ ਆਉਂਦੀ ਹੈ, ਉਹਦੀ ਫੰਕਸ਼ਨਲ ਰਿਲੇਸ਼ਨਸ਼ਿਪ ਕੇਂਦਰ ਦੇ ਨਾਲ ਕਿਹੋ ਜਿਹਾ ਡਿਵੈਲਪ ਹੋਏਗਾ। ਪੰਜਾਬ ਨੇ ਦੇਖਿਆ, ਪੰਜਾਬ ਦੇ ਵਿੱਚ ਲਗਾਤਾਰ ਨਾਨ ਕਾਂਗਰਸ ਸਰਕਾਰ 67 ਚ ਨਾਨ ਕਾਂਗਰਸ ਸਰਕਾਰ ਬਣੀ, ਪੰਜਾਬ 69 ਚ ਪੰਜਾਬ ਨਾਨ ਕਾਂਗਰਸ ਬਣੀ, ਲਗਾਤਾਰ ਬਣਦੀ ਰਹੀ। ਉਹਦੇ ਚ ਨਵੀਆਂ ਤਰ੍ਹਾਂ ਦੇ ਇਸ਼ੂਸ ਮਰਜ ਹੁੰਦੇ ਆ। ਔਰ ਪੰਜਾਬ ਦੇ ਬੜੀ ਦਿਲਚਸਪ ਸਟੇਟ ਹੈ ਗੱਲ ਤੇ। ਮੇਰੇ ਖਿਆਲ ਦੇ ਵਿੱਚ ਇਹ ਇੱਕੋ ਹੀ ਸਟੇਟ ਹੋਏਗੀ
ਜਿੱਥੇ ਕੇਂਦਰ ਦੇ ਵਿੱਚ ਕਾਂਗਰਸ ਸਰਕਾਰ ਨੇ ਆਪਣੀ ਹੀ ਕਾਂਗਰਸ ਸਰਕਾਰ ਸਟੇਟ ਦੇ ਵਿੱਚ ਡਿਸਮਿਸ ਕੀਤੀ ਹੋਵੇ। 356 ਦਾ ਮਿਸਯੂਜ਼ ਤਾਂ ਹੁੰਦਾ ਸੀਗਾ, ਇੱਥੇ ਯੂਜ਼ ਕੀਤਾ ਉਹਨਾਂ ਨੇ। ਸਰਦਾਰ ਦਰਬਾਰ ਸਿੰਘ ਦੀ ਕਾਂਗਰਸ ਸਰਕਾਰ ਢਿਲਵਾਂ ਬੱਸ ਕਾਂਡ ਤੋਂ ਬਾਅਦ ਦੇ ਨਾਲ ਹੀ ਵਿਦਿਨ ਆਰਸ ਇੰਦਰਾ ਗਾਂਧੀ ਨੇ ਡਿਸਮਿਸ ਕਰਤੀ ਸੀ। ਮੇਰੇ ਦੇਖਣ ਦੇ ਵਿੱਚ ਸ਼ਾਇਦ ਉਹ ਪਹਿਲੇ ਐਗਜ਼ਾਮਪਲ ਸੀ ਕਿ ਕਾਂਗਰਸ ਰੂਲ ਸੈਂਟਰ ਨੇ ਆਪਣੀ ਸਟੇਟ ਦੇ ਵਿੱਚ ਆਪਣੀ ਸਰਕਾਰ ਡਿਸਮਿਸ ਕਰਤੀ। ਉਸ ਤੋਂ ਬਾਅਦ ਸਰਦਾਰ ਦਰਬਾਰ ਸਿੰਘ ਨੇ ਕਹਿਣਾ ਸ਼ੁਰੂ ਕਰਤਾ ਬਈ ਇਹ ਜਿਹੜਾ ਢਿਲਵਾਂ ਬੱਸ ਕਾਂਡ ਹੈ ਇਹ ਏਜੰਸੀ ਆਪਰੇਸ਼ਨ ਹੈ। ਉੱਥੋਂ ਇਹ ਗੱਲ ਚੱਲੀ ਸੀ ਵੀ ਏਜੰਸੀਆਂ ਨੇ ਇਹ ਆਪਰੇਸ਼ਨ ਕਰਾਇਆ। ਬੜੇ ਸਾਲਾਂ ਬਾਅਦ ਪਤਾ ਲੱਗਿਆ ਵੀ ਇਹ ਅਸਲੀ ਆਪਰੇਸ਼ਨ ਕਿੱਥੋਂ ਸੀ, ਕੀ ਸੀ, ਏਜੰਸੀ ਆਪਰੇਸ਼ਨ ਨਹੀਂ ਸੀਗਾ। ਚਲੋ ਉਹ ਗੱਲ ਵੱਖਰੀ ਹੈ, ਲੇਕਿਨ ਮੈਨੂੰ ਲੱਗਦਾ ਨਹੀਂ ਕਿ ਇਹਨਾਂ ਜਿਹੜੀ ਰੀਜਨਲ ਪਾਰਟੀ ਹੈ ਨਾ, ਜੇ ਮੈਂ ਪਹਿਲਾਂ ਵੀ ਗੱਲ ਕੀਤੀ, ਇਹਨਾਂ ਦੀ ਬਹੁਤ ਵੱਡੀ ਇੱਕ ਵੀਕਨੈਸ ਹੈ। ਅਕਾਲੀ ਦਲ ਨੂੰ ਛੱਡ ਕੇ ਜਦ ਕਿ ਅਕਾਲੀ ਦਲ ਵੀ ਹੁਣ ਉਸੇ ਰੰਗ 'ਚ ਰੱਖਿਆ ਗਿਆ, ਇਹ ਆਲਮੋਸਟ ਸਾਰੀਆਂ ਹੀ ਫੈਮਿਲੀ ਬੇਸਡ ਹੈ। ਔਰ ਜਿਹੜੀ ਫੈਮਿਲੀ ਬੇਸਡ ਪਾਰਟੀਆਂ ਹੁੰਦੀਆਂ ਇਹ ਸਿਆਸੀ ਲੜਾਈ ਲੜਨ ਦੇ ਕਾਬਲ ਹੁੰਦੀਆਂ ਹੀ ਨਹੀਂ। ਇਹ ਲੜਾਈ ਇਹਨਾਂ ਦੇ ਨਿੱਜ ਪ੍ਰਸਤ ਹੁੰਦੀ ਹੈ, ਸਿਆਸੀ ਨਹੀਂ ਹੁੰਦੀ। ਨਿੱਜ ਪ੍ਰਸਤ ਲੜਾਈ ਨੂੰ ਤੁਸੀਂ ਸਿਆਸੀ ਬਣਾ ਕੇ ਲੜੋ, ਉਹ ਗੱਲ ਵੱਖਰੀ ਹੈ, ਲੇਕਿਨ ਜਦ ਤੱਕ ਸਿਆਸੀ ਲੜਾਈ ਨੂੰ ਐਸ ਸਿਆਸੀ ਲੜਾਈ ਨਹੀਂ ਲੜਦੇ ਉਦ ਤੱਕ ਇਹ ਇਸ਼ੂ ਸਾਰਟ ਆਊਟ ਨਹੀਂ ਹੁੰਦੇ। ਇਹ ਜਿਹੜੀ ਹੁਣ ਇੰਨੀ ਤਿੱਖੀ ਕਨਫਰੰਟੇਸ਼ਨ ਸਟੇਟਸ ਵਰਸਸ ਸੈਂਟਰ ਹੋਈ ਹੈ, ਕਾਂਗਰਸ ਵੇਲੇ ਵੀ ਇੰਨੀ ਨਹੀਂ ਸੀ ਹੁੰਦੀ, ਉਦੋਂ ਡਿਸਮਿਸ ਹੋ ਜਾਂਦੇ ਸੀ ਸਰਕਾਰਾਂ। ਹੁਣ 356 ਦਾ ਮਿਸਯੂਜ਼ ਸੁਪਰੀਮ ਕੋਰਟ ਦੇ ਇੰਟਰਵੈਂਸ਼ਨ ਤੋਂ ਬਾਅਦ ਛੇਤੀ ਕੀਤੇ ਪੋਸੀਬਲ ਨਹੀਂ। ਸੋ ਜਦੋਂ ਇਹ ਪੋਸੀਬਲ ਨਾ ਹੋਵੇ ਤੇ ਹੁਣ ਕੋਸ਼ਿਸ਼ ਹੁੰਦੀ ਹੈ ਕਿ ਇਹਨਾਂ ਨੂੰ ਇਨਡਾਇਰੈਕਟਲੀ ਥਰੂ ਗਵਰਨਰ ਡਿਸਟੇਬਲਾਈਜ਼ ਕੀਤਾ ਜਾਵੇ। ਸੋ ਇੱਥੇ ਹੁਣ ਜਿਵੇਂ ਸਾਲਾਂ ਬੱਧੀ ਬਿੱਲ ਪਏ ਰਹਿੰਦੇ ਆ ਗਵਰਨਰ ਦੇ ਕੋਲ ਜਾਂ ਰਾਸ਼ਟਰਪਤੀ ਕੋਲ, ਇਹਨਾਂ ਦੀ ਕੰਸਟੀਟਿਊਸ਼ਨ 'ਚ ਅਮੈਂਡ ਕਰਕੇ ਇੱਕ ਲਿਮਿਟ ਫਿਕਸ ਕਰਨੀ ਚਾਹੀਦੀ ਹੈ ਕਿ ਗਵਰਨਰ ਇੰਨੇ ਦਿਨਾਂ ਬਾਅਦ ਫਾਈਲ ਵਾਪਸ ਭੇਜੇਗਾ, ਰਾਸ਼ਟਰਪਤੀ ਇੰਨੇ ਚਿਰ ਬਾਅਦ ਵਾਪਸ ਭੇਜੇਗਾ। ਹੁਣ ਇੱਕ ਕੇਸ ਮੈਂ ਲੈਣਾ ਸਰ ਮਰਸੀ ਪਟੀਸ਼ਨ ਦਾ, ਰਾਸ਼ਟਰਪਤੀ ਕੋਲ ਫਾਈਲਾਂ ਪਈਆਂ, ਫੈਸਲਾ ਸਿੰਬੋਲਿਕਲੀ ਸਿਰਫ ਰਾਸ਼ਟਰਪਤੀ ਨੇ ਲੈਣਾ ਹੈ, ਰਿਕਮੈਂਡੇਸ਼ਨ ਹੋਮ ਮਿਨਿਸਟਰੀ ਦੀ ਹੋਣੀ ਹੈ। ਸਭ ਨੂੰ ਪਤਾ ਹੈ ਵੀ ਸਿਸਟਮ ਕੀ ਹੈ, ਲੇਕਿਨ ਫਾਈਲਾਂ ਪਈਆਂ ਉੱਥੇ। ਇਹ ਕੋਈ ਅੱਛੀ ਗਵਰਨੈਂਸ ਦੀ ਨਿਸ਼ਾਨੀ ਨਹੀਂ ਹੈ। ਮੇਰੇ ਖਿਆਲ ਦੇ ਵਿੱਚ ਇਹ ਲਿਮਿਟ ਫਿਕਸ ਹੋਣੀ ਚਾਹੀਦੀ ਹੈ ਤਾਂ ਕਿ ਗਵਰਨਰ ਦੀ ਇਹ ਜਿਹੜੀ ਡਿਸਕ੍ਰਿਸ਼ਨ ਹੈ ਇਹ ਖਤਮ ਹੋਵੇ। ਇਹ ਲੜਾਈ ਨਹੀਂ, ਮੈਂ ਰਿਪੀਟ ਕਰਦਾ, ਇਹ ਪਾਰਟੀਕਲ ਲੜਾਈ ਲੜਨ ਦੇ ਕਾਬਲ ਹੈ ਹੀ ਨਹੀਂ ਹੈ। ਪ੍ਰੋਫੈਸਰ ਸਾਹਿਬ, ਤੁਸੀਂ ਕਿਵੇਂ ਦੇਖਦੇ ਹੋ ਨਾਉਮੀਦੀ ਹੈ ਤੇ ਇਹਦੇ ਚੱਲਦੇ ਇਹ ਤੇ ਕਮੈਂਟ ਤੋਂ ਹੁਣ ਅਗਲਾ ਆਪਾਂ ਇਸ਼ੂ ਨਾਲ ਟੈਕਲ ਕਰ ਲਈਏ। ਤੇ ਆਮ ਆਦਮੀ ਪਾਰਟੀ ਨੇ ਅੱਜ ਕੁਝ ਅਹੁਦੇਦਾਰ ਨਾਮਜ਼ਦ ਕੀਤੇ ਨੇ, ਸਾਰੇ ਤਾਂ ਨਹੀਂ, ਥੋੜੇ ਨੇ, ਔਰ ਜਿਹਦੇ ਚ ਇੱਕ ਤਾਂ ਵਰਕਿੰਗ ਪ੍ਰੈਜ਼ੀਡੈਂਟ ਲਾਏ ਨੇ ਉਹਨਾਂ ਨੇ। ਪ੍ਰਧਾਨ ਭਗਵੰਤ ਮਾਨ ਖੁਦ ਹੀ ਬਣੇ ਰਹਿਣਗੇ। ਵਰਕਿੰਗ ਪ੍ਰੈਜ਼ੀਡੈਂਟ ਬਣਾਇਆ ਉਹਨਾਂ ਨੇ ਬੁਢਲਾਡੇ ਤੋਂ ਐਮਐਲਏ ਨੇ ਪ੍ਰਿੰਸੀਪਲ ਬੁੱਧ ਰਾਮ, ਔਰ ਇੱਕ ਵਾਰ ਪਹਿਲਾਂ ਵੀ ਉਹਨਾਂ ਨੂੰ ਚਾਰਜ ਦਿੱਤਾ ਸੀ, ਬੜੇ ਪਹਿਲਾਂ, ਫਿਰ ਉਦੋਂ ਸ਼ਾਇਦ ਲੈ ਲਿਆ ਗਿਆ ਸੀ। ਔਰ ਦੂਜੇ ਹੋਰ ਵਾਈਸ ਪ੍ਰੈਜ਼ੀਡੈਂਟ ਬਣਾਏ ਨੇ 4-5, ਉਹ ਵੀ ਲਗਭਗ ਵਾਈਸ ਪ੍ਰੈਜ਼ੀਡੈਂਟ ਸਾਰੇ ਐਮਐਲਏ ਹੀ ਨੇ। ਔਰ ਉਹਨਾਂ ਐਮਐਲਏਆਂ ਦੇ ਵਿੱਚ ਬਟਾਲੇ ਤੋਂ ਅਮਨ ਸ਼ੇਰ ਸਿੰਘ ਕਲਸੀ, ਪਹਿਲਾਂ ਇੱਕ ਵਾਰ ਖਹਿਰੇ ਦਾ ਵਿਵਾਦ ਥੋੜਾ ਜਿਹਾ ਹੋਇਆ ਸੀ, ਉਹਦੇ ਚ ਉਹ ਕਹਿੰਦਾ ਸੀ ਵੀ ਪੇਪਰ ਦੇ ਰਹੇ ਨੇ, ਕੋਈ ਪ੍ਰੋਕਸੀ ਪੇਪਰ ਦੇ ਰਿਹਾ ਐਮਐਲਏ ਸਾਹਿਬ ਦਾ, ਪਤਾ ਨਹੀਂ ਉਹਦੇ ਚ ਕੀ ਹੋਇਆ, ਕੀ ਸੀਗਾ ਕੀ ਨਹੀਂ। ਖਹਿਰਾ ਰੇਡ ਕੀਤੀ ਸੀ, ਕੰਟਰੋਵਰਸੀ ਜਦੋਂ ਆਈ, ਉਹ ਵਾਈਸ ਪ੍ਰੈਜ਼ੀਡੈਂਟ ਨੇ। ਔਰ ਉਰਬਨ ਸੀਟ ਹੈ ਜਿਹੜੀ ਉਰਬਨ ਟਾਡਾ ਜਿਹੜਾ ਆਪਾਂ ਕਹਿੰਦੇ, ਉੱਥੋਂ ਜਸਵੀਰ ਸਿੰਘ ਜਿਹੜੇ ਉਹ ਵੀ ਐਮਐਲਏ ਨੇ, ਉਹਨਾਂ ਨੂੰ ਵੀ ਵਾਈਸ ਪ੍ਰੈਜ਼ੀਡੈਂਟ ਬਣਾਇਆ ਗਿਆ, ਜਿਹਨੂੰ ਰਾਜਾ ਗਿੱਲ ਦੇ ਨਾਂ ਤੇ ਵੀ ਜਾਣਿਆ ਜਾਂਦਾ। ਤੀਸਰੇ ਮੁਕਤਸਰ ਤੋਂ ਜਿਹੜੇ ਐਮਐਲਏ ਨੇ ਉਹ ਜਗਦੀਪ ਸਿੰਘ ਉਰਫ ਕਾਕਾ ਬਰਾੜ ਜਿਨ੍ਹਾਂ ਨੂੰ ਕਿਹਾ ਜਾਂਦਾ, ਉਹ ਵੀ ਵਾਈਸ ਪ੍ਰੈਜ਼ੀਡੈਂਟ ਬਣਾਏ ਗਏ ਨੇ। ਔਰ ਇਸੇ ਤਰੀਕੇ ਦੇ ਨਾਲ ਇੱਕ ਯੂਥ ਕਾਂਗਰਸ ਦੇ ਧਰਮਕੋਟ ਤੋਂ ਐਮਐਲਏ ਜਿਹੜੇ ਯੂਥ ਦੇ ਪ੍ਰਧਾਨ ਜਿਹੜੇ ਬਣਾਏ ਗਏ ਨੇ ਇਹਨਾਂ ਦੇ ਆਪਣੇ ਆਮ ਆਦਮੀ ਪਾਰਟੀ ਦੇ, ਦਵਿੰਦਰਜੀਤ ਸਿੰਘ। ਇੱਕ ਬਣਾਏ ਨੇ ਕਿ ਇਹ ਜਨਰਲ ਸੈਕਟਰੀ ਜਿਹੜੇ ਬਣਾਏ ਨੇ ਉਹ ਐਮਐਲਏਆਂ ਦੇ ਵਿੱਚੋਂ ਨਹੀਂ ਹੈ, ਉਹ ਅਕਾਲੀ ਦਲ ਚੋਂ ਜਿਹੜੇ ਆਏ, ਮਤਲਬ ਸੇਵਾ ਸਿੰਘ ਸੇਖਵਾਂ ਦਾ ਬੇਟਾ ਜਗਰੂਪ ਸਿੰਘ ਸੇਖਵਾਂ, ਉਹਨੂੰ ਬਣਾਇਆ ਗਿਆ। ਔਰ ਇਹਦੇ ਦੋ ਗੱਲਾਂ ਨੇ ਮੈਂ ਜਿਹੜੀਆਂ ਗੱਲ ਇੰਟਰਸਟਿੰਗ ਕਰਨਾ ਚਾਹੁੰਦਾ। ਇੱਕ ਤਾਂ ਇਹ ਕਿ ਜਦੋਂ ਜਲੰਧਰ ਸੀਟ ਚੱਲਦੀ ਸੀ ਨਾ ਬਾਈ ਇਲੈਕਸ਼ਨ, ਉਦੋਂ ਜਗਰੂਪ ਸੇਖਵਾਂ ਦਾ ਨਾ ਕਾਫੀ ਉੱਭਰ ਕੇ ਸਾਹਮਣੇ ਆਇਆ ਸੀ ਕਿ ਕੈਂਡੀਡੇਟ ਤੋਂ ਲੈ ਕੇ ਕਈ ਜੋੜ ਤੋੜ ਕਰਨ ਚ ਉਹਦੀ ਕਾਫੀ ਵੱਡੀ ਭੂਮਿਕਾ ਰਹੀ ਹੈ ਜਲੰਧਰ ਦੀ ਇਲੈਕਸ਼ਨ ਦੇ ਵਿੱਚ, ਉਹਦੇ ਰਿਵਾਰਡ ਦੇ ਤੌਰ ਤੇ ਸ਼ਾਇਦ। ਦੂਜੀ ਗੱਲ, ਪ੍ਰਿੰਸੀਪਲ ਬੁੱਧ ਰਾਮ ਨੂੰ ਵਰਕਿੰਗ ਪ੍ਰੈਜ਼ੀਡੈਂਟ ਬਣਾਉਣਾ, ਇੱਕ ਪਿਛਲੇ ਦਿਨਾਂ ਤੋਂ ਅੰਦਰ ਖਾਤੇ ਗੱਲ ਆਮ ਆਦਮੀ ਪਾਰਟੀ 'ਚ ਲਗਾਤਾਰ ਚੱਲ ਪਈ ਸੀ
ਕਿ ਅਰਵਿੰਦ ਕੇਜਰੀਵਾਲ ਨੇ ਇੱਕ ਵਾਰ ਓਪਨਲੀ ਅਨਾਉਂਸ ਕੀਤਾ ਸੀ ਕਿ ਡਿਪਟੀ ਸੀਐਮ ਦਲਿਤ ਭਾਈਚਾਰੇ ਚੋਂ ਹੋਏਗਾ ਸਾਡਾ। ਤੇ ਕੀ ਇਹ ਉਹ ਡਿਪਟੀ ਸੀਐਮ ਦੀ ਕਾਟ ਹੈ, ਰਿਪਲੇਸਮੈਂਟ ਹੈ ਉਸ ਪੱਧਰ ਦੇ ਉੱਤੇ ਕਿ ਚਲੋ ਵਰਕਿੰਗ ਪ੍ਰੈਜ਼ੀਡੈਂਟ ਲਾ ਦਿੰਦੇ ਆ ਇਹਨਾਂ ਇਹ ਜਿਹੜੀ ਇੱਕ ਹੈ ਤਾਂ ਇਹ ਇਲੈਕਟਡ ਤਾਂ ਨਹੀਂ, ਨਾਮਜ਼ਦਗੀਆਂ ਨੇ ਜਿਹੜੀਆਂ ਹੁਣ ਜਿੰਨੀਆਂ ਕੋਈਆਂ ਨੇ ਅਜੇ ਸਾਰਾ ਹੋਰ ਵੀ ਬਹੁਤ ਬਣਨਾ, ਅਜੇ ਸਟੇਟ ਬਣਨੀ ਹੈ, ਸਟੇਟ ਬਾਡੀ ਭੰਗ ਸੀ, ਫਿਰ ਡਿਸਟ੍ਰਿਕਟ ਬਣਨੇ ਨੇ, ਫਿਰ ਬਾਕੀ ਬਣਨੇ ਨੇ। ਫਿਲਹਾਲ ਇਹਨੂੰ ਤੁਸੀਂ ਕਿਵੇਂ ਦੇਖਦੇ? ਦੇਖੋ ਹਮੀਰ ਸਿੰਘ ਜੀ, ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਜਿਹੜੀਆਂ ਪੋਲੀਟੀਕਲ ਪਾਰਟੀਆਂ ਹੈ ਉਹਨਾਂ ਦੇ ਵਿੱਚ ਜਿਹੜੀਆਂ ਸ਼ੁਰੂ ਤੋਂ ਚੱਲੀਆਂ ਆ ਰਹੀਆਂ ਜਿਵੇਂ ਕਿ ਕਾਂਗਰਸ ਹੈ ਜਾਂ ਬੀਜੇਪੀ ਹੈ, ਇਹਨਾਂ ਦੇ ਵਿੱਚ ਈਵਨ ਅਕਾਲੀ ਦਲ ਦੇ ਵਿੱਚ ਵੀ ਬਲਾਕ ਲੈਵਲ ਤੇ, ਡਿਸਟ੍ਰਿਕਟ ਲੈਵਲ ਤੇ, ਸਟੇਟ ਲੈਵਲ ਤੇ ਡਿਫਰੈਂਟ ਇਕਾਈਆਂ ਹੁੰਦੀਆਂ ਹਨ। ਔਰ ਨੀਚੇ ਤੋਂ ਇਹਨਾਂ ਦੀ ਅਗਰ ਫੰਕਸ਼ਨਿੰਗ ਦੇਖੀਏ, ਪਹਿਲਾਂ ਪ੍ਰਾਇਮਰੀ ਮੈਂਬਰਸ਼ਿਪ ਹੁੰਦੀ ਹੈ, ਉਹਨਾਂ ਵਿੱਚੋਂ ਐਕਟਿਵ ਮੈਂਬਰ ਇਲੈਕਟ ਹੁੰਦੇ ਆ, ਐਕਟਿਵ ਮੈਂਬਰ ਜਿਹੜੇ ਹੈਗੇ ਆ ਉਹ ਡਿਸਟ੍ਰਿਕਟ ਬੋਡੀ ਇਲੈਕਟ ਕਰਦੇ ਆ ਵਗੈਰਾ ਵਗੈਰਾ। ਉਹ ਇੱਕ ਤਰ੍ਹਾਂ ਪੈਰਾਮੈਡੀਕਲ ਸਿਸਟਮ ਹੁੰਦਾ ਹੈ ਜਿਹੜਾ ਕਿ ਆਈਡੀਅਲੀ ਕਿਸੇ ਵੀ ਪੋਲੀਟੀਕਲ ਪਾਰਟੀ ਜਿਹੜੀ ਇੰਟਰਨਲ ਡੈਮੋਕ੍ਰੇਸੀ 'ਚ ਵਿਸ਼ਵਾਸ ਰੱਖਦੀ ਹੈ ਹੋਣਾ ਚਾਹੀਦਾ। ਕਦੇ ਕਿਤੇ ਕਿਸੇ ਪਾਰਟੀ 'ਚ ਦਿਖ ਵੀ ਜਾਂਦਾ ਹੈ, ਲੇਕਿਨ ਜ਼ਿਆਦਾਤਰ ਪਾਰਟੀਆਂ ਦੇ ਵਿੱਚ ਨੋਮੀਨੇਸ਼ਨ ਹੀ ਚੱਲ ਰਹੀਆਂ। ਈਵਨ ਬੀਜੇਪੀ ਜਿਹੜੀ ਆਪਣੇ ਆਪ ਨੂੰ ਪਾਰਟੀ ਵਿਦ ਡਿਫਰੈਂਸ ਕਿਆ ਕਰਦੀ ਸੀਗੀ, ਉਹਦੇ ਵਿੱਚ ਵੀ ਹੁਣ ਸਾਰਾ ਕੁਝ ਪ੍ਰੀ ਡਿਸਾਈਡਡ, ਪ੍ਰੀ ਮੈਡੀਟੇਟਡ ਹੁੰਦਾ, ਸਿਰਫ ਟੱਪੇ ਲੱਗਦੇ ਆ। ਹੁਣ ਇਹ ਜਿਹੜਾ ਤੁਸੀਂ ਅੱਜ ਦਾ ਦੱਸਿਆ ਕਿ ਆਮ ਆਦਮੀ ਪਾਰਟੀ ਨੇ ਕੀਤਾ ਹੈ, ਆਪਾਂ ਸਭ ਨੂੰ ਪਤਾ ਹੈ ਕਿ ਆਮ ਆਦਮੀ ਪਾਰਟੀ ਬਿਲਕੁਲ ਇੱਕ ਨਵੀਂ ਪੋਲੀਟੀਕਲ ਪਾਰਟੀ ਹੈ ਪੰਜਾਬ ਦੇ ਵਿੱਚ। 2014 ਤੇ ਬਾਅਦ ਸਮਝ ਲਓ ਇਹਦਾ ਪੰਜਾਬ ਦੇ ਵਿੱਚ ਹੋਇਆ, ਜਿਸ ਵੇਲੇ 4 MP ਜਿੱਤੇ ਸੀਗੇ। ਉਸ ਤੋਂ ਬਾਅਦ ਪਿਛਲਾ ਜਿਹੜਾ ਵਿਧਾਨ ਸਭਾ ਦਾ ਇਲੈਕਸ਼ਨ ਤੇ ਐਤਕੀ ਵਿਧਾਨ ਸਭਾ ਦਾ ਇਲੈਕਸ਼ਨ, ਐਤਕੀ ਵਿਧਾਨ ਸਭਾ ਦਾ ਇਲੈਕਸ਼ਨ ਜਿੱਤਣ ਤੇ ਆਪਾਂ ਸਾਰੇ ਇਹ ਗੱਲ ਜਾਣਦੇ ਹਾਂ, ਉਹ ਲੋਕਾਂ ਨੇ ਇੱਕ ਨਵਾਂ ਐਕਸਪੈਰੀਮੈਂਟ ਕੀਤਾ ਕਿ ਟ੍ਰੈਡੀਸ਼ਨਲ ਪੋਲੀਟੀਕਲ ਪਾਰਟੀਆਂ ਨੂੰ ਅਸੀਂ ਲਾਂਭੇ ਕਰਕੇ ਨਵੀਂ ਇੱਕ ਪੋਲੀਟੀਕਲ ਪਾਰਟੀ ਨੂੰ ਮੌਕਾ ਦੇਣਾ, ਦੇਖਦੇ ਹਾਂ ਕੀ ਕਰਦਾ। ਇਸ ਸਿਚੁਏਸ਼ਨ ਦੇ ਵਿੱਚ ਡੈਫੀਨੇਟਲੀ ਜਿਹੜਾ ਬੇਸ ਹੈ ਨੀਚੇ ਉਹ ਕਿਤੇ ਨਹੀਂ ਹੈ, ਸਿਰਫ ਉੱਪਰ ਜਿਹੜੇ ਕਹਿੰਦੇ ਲੀਡਰ ਹੈਗੇ ਆ, ਵਰਕਰ ਜਿਹੜਾ ਹੈਗਾ ਜਾਂ ਉਹ ਹਜੇ ਹੌਲੀ ਹੌਲੀ ਉੱਭਰ ਰਹੇ। ਇਹ ਜਿਹੜੀ ਇਹਨਾਂ ਨੇ ਅੱਜ ਨਾਮਜ਼ਦਗੀਆਂ ਕੀਤੀਆਂ ਨਾ, ਇਹ ਇੱਕ ਤਰ੍ਹਾਂ ਅਕੋਮੋਡੇਸ਼ਨ ਹੈ। ਦੂਸਰੀ ਗੱਲ ਹੈ MLA ਹੈ, ਉਹ ਆਲਰੇਡੀ MLA ਹੈ, MLA ਕੋਲ ਹੋਰ ਵੀ ਕਈ ਤਰ੍ਹਾਂ ਦੀਆਂ ਰਿਸਪੌਂਸਿਬਿਲਿਟੀਜ਼ ਹੋਣਗੀਆਂ, ਉਹਨਾਂ ਨੂੰ ਹੀ ਉਹ ਦੇਤਾ, ਯਾਨੀ ਬਜਾਏ ਐਕਸਪੈਂਡ ਕੀਤਾ ਜਾਵੇ ਬੇਸ, ਉਹ ਆਪਣੇ ਵਿੱਚ ਹੀ ਜਿਹਨੂੰ ਕਹਿੰਦੇ ਆ ਗੁੜ ਦੀ ਭੇਲੀ ਭੰਨ ਲਈ ਆਪਣੇ ਅੰਦਰ ਹੀ, ਬਜਾਏ ਇਸਕੇ ਕਿ ਹੋਰ ਬੰਦਿਆਂ ਨੂੰ ਨਾਲ ਜੋੜ ਦੇ। ਤਾਂ ਇਹਦਾ ਕੋਈ ਬਹੁਤ ਜ਼ਿਆਦਾ ਆਮ ਆਦਮੀ ਪਾਰਟੀ ਦੇ ਕੇਡਰ ਐਕਸਪੈਂਸ਼ਨ ਦੇ ਵਿੱਚ ਇਹਦਾ ਕੋਈ ਫਰਕ ਨਹੀਂ ਪੈਣਾ। ਦੂਸਰੀ ਗੱਲ ਇਹ ਹੈਗੀ ਹੈ ਕਿ ਇੱਕ ਤਰ੍ਹਾਂ ਦਾ ਇਹ ਬਣ ਗਿਆ, ਸਮਝ ਲਓ ਜਿਹਨੂੰ ਕਹਿੰਦੇ ਆ ਲਿਪਾ ਪੋਤੀ ਕਰਤੀ ਹੈ ਕਿ ਹਾਂਜੀ ਸਾਡੀ ਇੱਕ ਨੈਸ਼ਨਲ ਲੈਵਲ, ਸਟੇਟ ਲੈਵਲ ਦੀ ਬੋਡੀ ਹੈ, ਉਹਦਾ ਇੰਨੇ ਵਾਈਸ ਪ੍ਰੈਜ਼ੀਡੈਂਟ ਹੈ, ਇੰਨੇ ਜਨਰਲ ਸੈਕਟਰੀ ਹੈ, ਇਹ ਉਹ ਸਾਰਾ ਕੁਝ, ਲੇਕਿਨ ਉਹ ਕੇਵਲ ਉੱਪਰ ਹੀ ਫਲੋਟ ਕਰ ਰਹੀ ਹੈ। ਨੀਚੇ ਅਗਰ ਆਪਾਂ ਦੇਖੀਏ, ਨੀਚੇ ਸਭ ਕੁਝ ਖਾਲੀ ਹੈ ਹੁਣ ਵੀ। ਤਾਂ ਉਹ ਚੀਜ਼ ਜਿਹੜੀ ਹੈਗੀ ਆ ਉਹ ਕੋਈ ਬਹੁਤ ਜ਼ਿਆਦਾ ਪਾਰਟੀ ਵਾਸਤੇ ਜਾਂ ਪਾਰਟੀ ਦੇ ਐਕਸਪੈਂਸ਼ਨ ਵਾਸਤੇ ਮੈਨੂੰ ਲੱਗਦਾ ਹੈ ਕੋਈ ਲਾਹੇਵੰਦ ਨਹੀਂ ਹੋਏਗੀ। ਦੂਸਰੇ ਹੈਗਾ ਕਿ ਜਿਨ੍ਹਾਂ ਨੇ ਵੀ ਇੱਥੇ ਵਾਈਸ ਪ੍ਰੈਜ਼ੀਡੈਂਟ ਬਣੇ ਆ ਜਾਂ ਹੋਰ ਬਣੇ ਆ, ਉਹ ਤੁਹਾਨੂੰ ਪਤਾ ਹੈ ਕਿਹਦੇ ਇਸ਼ਾਰੇ ਨਾਲ ਕਿੱਥੋਂ ਬਣੇ ਹੋਣਗੇ, ਇੱਥੇ ਅਨਾਉਂਸਮੈਂਟਾਂ ਹੀ ਹੋਈਆਂ ਹੋਣਗੀਆਂ। ਇਹ ਵੀ ਇਸ ਚੀਜ਼ ਨੂੰ ਸਿੱਧ ਕਰਦੀ ਹੈ ਕਿ ਇਹ ਜਿਹੜਾ ਸਾਰਾ ਵਰਤਾਰਾ ਹੈ ਇਹ ਬਿਲਕੁਲ ਇੱਕ ਤਰ੍ਹਾਂ ਡਿਫਾਂਗ ਦੀ ਸ਼ਕਲ ਦਾ ਹੈ, ਕਿਉਂਕਿ ਜਦ ਤੱਕ ਲੋਕਾਂ ਦੇ ਅੰਦਰੋਂ ਬੇਸ ਬਣ ਕੇ ਨਹੀਂ ਉੱਭਰਦਾ, ਉਹਦੇ ਵਿੱਚੋਂ ਇਲੈਕਟੋਰਲ ਢੰਗ ਦੇ ਨਾਲ ਤੁਹਾਡੀ ਸਟੇਟ ਦੀ ਬਾਡੀ ਨਹੀਂ ਬਣਦੀ, ਉਸ ਵੇਲੇ ਤੱਕ ਤਾਂ ਉੱਪਰਲਾ ਇੱਕ ਫਲੋਟਿੰਗ ਗਵਾਰਾ ਹੀ ਹੈ, ਹੋਰ ਕੁਝ ਨਹੀਂ। ਸੋ ਜਗਤਾਰ ਸਿੰਘ ਜੀ, ਜਿਵੇਂ ਓਵਰਆਲ ਸਾਡੀਆਂ ਪਾਰਟੀਆਂ 'ਚ ਇੱਕ ਗੱਲ ਚੱਲਣ ਲੱਗ ਗਈ, ਪਹਿਲਾਂ ਆਮ ਆਦਮੀ ਪਾਰਟੀ ਦਾ ਜਿਹੜਾ ਬੁਨਿਆਦੀ ਸੰਵਿਧਾਨ ਸੀ ਉਹਦੇ 'ਚ ਵੀ ਇਹੀ ਸੀ, ਇੱਕ ਆਦਮੀ ਇੱਕ ਵਿਅਕਤੀ ਇੱਕ ਅਹੁਦੇ ਦੀ। ਔਰ ਈਵਨ ਅਕਾਲੀ ਦਲ ਦੇ ਵਿੱਚ ਤਾਂ ਬੜੀ ਦੇਰ ਇਹ ਪ੍ਰੈਕਟਿਸ 'ਚ ਵੀ ਰਿਹਾ। ਜਦੋਂ ਅਕਾਲੀ ਦਲ ਵੇਲੇ ਵੀ ਰੌਲਾ ਪਿਆ, ਜਥੇਦਾਰ ਟੌਹੜਾ ਨੇ ਆਦਮਪੁਰ ਇਲੈਕਸ਼ਨ ਤੋਂ ਬਾਅਦ ਇੰਨਾ ਹੀ ਕਿਹਾ ਸੀ ਕਿ ਪ੍ਰਧਾਨ ਕੋਈ ਹੋਰ ਬਣਾ ਲਿਆ ਜਾਏ, ਚਾਹੇ ਪ੍ਰਕਾਸ਼ ਸਿੰਘ ਬਾਦਲ ਆਪਾਂ ਦਾ ਹੀ ਕੋਈ ਮਤਲਬ ਬੰਦਾ ਬਣਾ ਲੈਣ, ਪਰ ਫਿਊਚਰ ਦੇ ਵਿੱਚ ਇਹ ਦੋ ਗੱਲਾਂ ਕੰਮ ਦਿੰਦੀਆਂ ਨੇ, ਕਿਉਂਕਿ ਕਈ ਪੋਲੀਟੀਕਲ ਫੈਸਲੇ ਹੁੰਦੇ ਨੇ, ਪੋਲੀਟੀਕਲ ਬਿਆਨ ਹੁੰਦੇ ਨੇ, ਖਾਸ ਤੌਰ ਤੇ ਅਕਾਲੀ ਦਲ ਵਰਗੇ ਧਿਰ ਨੂੰ ਦੇਣੇ ਪੈਂਦੇ ਨੇ, ਜਿਹੜੇ ਚੀਫ ਮਿਨਿਸਟਰ ਬੀਇੰਗ ਏ ਮਤਲਬ ਲੀਗਲ ਤੇ ਕੰਸਟੀਟਿਊਸ਼ਨਲ ਪੋਸਟ ਉਹ ਨਹੀਂ ਸ਼ਾਇਦ ਉਹ ਕਰ ਸਕਦੇ। ਇਸ ਤਰ੍ਹਾਂ ਆਮ ਆਦਮੀ ਪਾਰਟੀ ਦੇ ਵਿੱਚ ਵੀ ਜਦੋਂ ਬਦਲ ਗਿਆ ਉਹ ਢਾਂਚਾ, ਫਿਰ ਅਰਵਿੰਦ ਕੇਜਰੀਵਾਲ ਬਣ ਗਏ, ਅਗਲੇ ਵਾਰ ਬਦਲ ਲਿਆ ਉਹਨਾਂ ਨੇ ਕਿ ਮੈਂ ਕਨਵੀਨਰ ਰਹੂੰਗਾ ਤੇ ਮੈਂ ਚੀਫ ਮਿਨਿਸਟਰ ਵੀ ਰਹੂੰਗਾ, ਤਾਂ ਫਿਰ ਉਹੀ ਫਾਰਮੂਲਾ ਭਗਵੰਤ ਮਾਨ ਤੇ ਵੀ ਆ ਕੇ ਲਾਗੂ ਕਰਨਾ ਪੈਣਾ ਸੀ। ਜੇ ਭਗਵੰਤ ਮਾਨ ਨੂੰ ਤੁਸੀਂ ਹਟਾ ਦਿੰਦੇ ਹੋ ਕਿ ਤੂੰ ਰਹਿਣ ਦੇ ਕਾਕਾ, ਮੇਰਾ ਹੀ ਚੱਲੂਗਾ ਇਕੱਲਾ ਸੈਂਟਰਲ ਲੈਵਲ ਤੇ,
ਤਾਂ ਗੱਲ ਹੋਰ ਤਰ੍ਹਾਂ ਬਣਨੀ ਸੀ ਕਿਸੇ ਨਾ ਕਿਸੇ ਰੂਪ ਦੇ ਵਿੱਚ। ਇਟ ਮੀਨ ਜੇ ਬਦਲਾਅ ਲਈ ਜਿਹੜੀਆਂ ਡੈਮੋਕ੍ਰੈਟਿਕ ਵੈਲਿਊਜ਼ ਨੂੰ ਧਿਆਨ ਚ ਰੱਖ ਕੇ, ਸਵਰਾਜ ਦੇ ਨਾਅਰੇ ਨੂੰ ਧਿਆਨ ਚ ਰੱਖ ਕੇ ਜਦੋਂ ਕੋਈ ਪਾਰਟੀ ਆਉਂਦੀ ਹੈ, ਤਾਂ ਆਮ ਆਦਮੀ ਪਾਰਟੀ ਵੀ ਇੱਕ ਹੋਰ ਪਾਰਟੀ ਬਣ ਗਈ, ਉਹੀ ਜਿਹੀ ਉਹ ਜਿਹੇ ਜਿਹੀਆਂ ਬਾਕੀ ਪਾਰਟੀਆਂ ਨੇ। ਤਾਂ ਮਤਲਬ ਸਟਰਕਚਰ ਦੇ ਵਿੱਚ ਜਾਂ ਕੰਮ ਕਾਜ ਦੇ ਤਰੀਕੇ ਦੇ ਵਿੱਚ ਕੋਈ ਬਹੁਤ ਜ਼ਿਆਦਾ ਨਜ਼ਰ ਨਹੀਂ ਆ ਰਹੀ ਤਬਦੀਲੀ ਡੈਮੋਕ੍ਰੈਟਿਕ ਵੈਲਿਊ ਸਿਸਟਮ ਦੇ ਨਜ਼ਰੀਏ। ਪਹਿਲੀ ਗੱਲ ਤਾਂ ਇਹ ਹੈ ਕਿ ਪਾਰਟੀ ਕੋਈ ਵੀ ਹੋਵੇ, ਉਹ ਪਾਵਰ ਤੋਂ ਪਹਿਲਾਂ ਜਿਹੜੀਆਂ ਗੱਲਾਂ ਕਰਦੀ ਹੈ ਨਾ, ਉਹ ਪਾਵਰ ਆਉਣ ਤੋਂ ਬਾਅਦ ਉਹ ਸਿਚੁਏਸ਼ਨ ਸਾਰੀ ਚੇਂਜ ਹੋ ਜਾਂਦੀ ਹੈ। ਸੋ ਜੇ ਕਹੀਏ ਕਿ ਜੋ ਇਲੈਕਸ਼ਨ ਤੋਂ ਪਹਿਲਾਂ ਜੋ ਕੁਝ ਕਹਿ ਰਹੇ ਸੀ ਕਿ ਬਹੁਤ ਸੈਕਰੋਸੈਂਟ ਸੀ, ਇਹ ਫਿਰ ਸਾਰੀਆਂ ਪਾਰਟੀਆਂ ਤਾਂ ਇਹ ਲਾਗੂ ਹੁੰਦਾ, ਇਕੱਲੀ ਆਪ ਤੇ ਲਾਗੂ ਨਹੀਂ ਹੁੰਦਾ। ਕੋਈ ਪਾਰਟੀ ਲੈ ਲਓ, ਤੁਸੀਂ ਦੇਖ ਲਓ ਵੀ ਕੀ ਗੱਲਾਂ ਕਰਦੇ ਸੀ ਪਹਿਲਾਂ, ਤੇ ਸਰਕਾਰ ਬਣਨ ਤੋਂ ਬਾਅਦ ਸਿਸਟਮੈਟਿਕ ਉਹਨਾਂ ਨੇ ਉਸੇ ਢਾਂਚੇ 'ਚ ਆ ਕੇ ਕੰਮ ਕਰਨਾ, ਸਿਸਟਮ ਨੇ ਟੇਕ ਓਵਰ ਕਰ ਲੈਣਾ। ਜਦੋਂ ਪਾਰਟੀ ਪਾਵਰ 'ਚ ਆਉਂਦੀ ਹੈ ਦੈਨ ਸਿਸਟਮ ਟੇਕਸ ਓਵਰ। ਉਹ ਜਿਹੜੀਆਂ ਗੱਲਾਂ ਪਹਿਲੀਆਂ ਕੀਤੀਆਂ ਹੁੰਦੀਆਂ ਆਈਡੀਅਲਿਸਟ, ਉਹ ਸਾਰੀਆਂ ਪਾਸੇ ਹੋ ਜਾਂਦੀਆਂ। ਇਸ ਸਿਸਟਮ ਦੇ ਵਿੱਚ ਆਈਡੀਅਲਿਜ਼ਮ ਦੀ ਕੋਈ ਥਾਂ ਨਹੀਂ ਹੈ। ਪਹਿਲੀ ਗੱਲ ਇਹ ਹੈ ਕਿ ਤੁਸੀਂ ਕਲੀਨ ਗਵਰਨੈਂਸ ਕਿਸ ਢੰਗ ਨਾਲ ਦੇਣੀ ਹੈ। ਸਿਸਟਮ ਦਾ ਮਤਲਬ ਇਹ ਹੈ ਤੁਸੀਂ ਜੇ ਸਿਸਟਮ ਕਰਪਟ ਹੈ ਉਹਨੂੰ ਕਿਵੇਂ ਕਲੀਨ ਕਰਨਾ, ਉਹਨੂੰ ਪ੍ਰੋ ਪੀਪਲ ਬਣਾਉਣਾ ਹੈ। ਤੁਹਾਡਾ ਜਿਹੜੀ ਕਮਿਟਮੈਂਟ ਹੈ ਉਹ ਸਿਸਟਮ ਨੂੰ ਪ੍ਰੋ ਪੀਪਲ ਬਣਾਉਣ ਦੀ ਹੈ, ਨਾ ਕਿ ਜੋ ਕੁਝ ਪਹਿਲਾਂ ਗੱਲਾਂ ਕਹੀਏ ਸੀ ਜੇ ਅਸੀਂ ਕਹੀਏ ਉਹ ਸੈਕਰੋਸੈਂਟ ਸੀ, ਇਹ ਕਦੇ ਕਿਸੇ ਪਾਰਟੀ ਦੇ ਵਿੱਚ ਨਹੀਂ ਹੁੰਦਾ। ਦੂਜੀ ਗੱਲ, ਆਮ ਆਦਮੀ ਪਾਰਟੀ ਸ਼ੁਰੂ ਤੋਂ ਹੋਈ ਇੱਕ ਪੀਪਲ ਮੂਵਮੈਂਟ ਰਹੀ ਹੈ। ਇਹਦਾ ਕੈਰੈਕਟਰ ਜਿਹੜਾ ਹੈ ਇੱਕ ਮੂਵਮੈਂਟ ਵਾਲਾ ਸੀ, ਮਾਸ ਮੂਵਮੈਂਟ। ਪੰਜਾਬ ਦੇ ਵਿੱਚ ਖਾਸ ਕਰਕੇ ਇੱਕ, ਜੇ ਆਪਾਂ 2014 ਤੋਂ ਪਹਿਲਾਂ ਸਿਚੁਏਸ਼ਨ ਦੇਖੀਏ, ਜਿਸ ਢੰਗ ਨਾਲ NRI ਜਹਾਜ਼ ਭਰ ਕੇ ਇੱਥੇ ਉਸ ਇਲੈਕਸ਼ਨ ਦੇ ਵਿੱਚ ਆਏ ਸੀ, ਇਹਨਾਂ ਦੀ ਸਪੋਰਟ ਕਰਨ ਦੇ ਵਿੱਚ ਇੱਕ ਮੂਵਮੈਂਟ ਬਣੀ ਸੀ। ਇਲੈਕਟਡ ਸਟਰਕਚਰ ਕੋਈ ਨਹੀਂ ਸੀ, ਲੋਕਾਂ ਦੀ ਮੂਵਮੈਂਟ ਸੀ ਕਿ ਲੋਕਾਂ ਨੇ ਇਹ ਪਾਰਟੀ ਖੜੀ ਕੀਤੀ। ਹੁਣ ਵੀ ਪਿਛਲੇ ਇਲੈਕਸ਼ਨ ਤੱਕ ਇਹ ਮੂਵਮੈਂਟ ਸੀ। ਹੁਣ ਇਹ ਇੱਕ ਸਟਰਕਚਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕਿਉਂਕਿ ਸਟਰਕਚਰ ਬਣਾਏ ਬਿਨਾਂ ਜਿਹੜੀ ਪਾਰਟੀ ਪਾਵਰ 'ਚ ਆ ਜਾਏ ਉਹ ਥੱਲੇ ਲੋਕਾਂ ਨਾਲ ਇੰਟਰੈਕਟ ਨਹੀਂ ਕਰ ਸਕਦੀ। ਉਹ ਇੰਟਰੈਕਸ਼ਨ ਬਹੁਤ ਜ਼ਰੂਰੀ ਹੈ। ਜਿਹੜੀ ਗੱਲ ਤੁਸੀਂ ਕੀਤੀ ਹੈ ਅਕਾਲੀ ਦਲ ਦੇ ਕੋਲੇ ਤਾਂ ਪੂਰਾ ਸਟਰਕਚਰ ਸੀ, ਲੇਕਿਨ ਫਿਰ ਵੀ ਪਾਰਟੀ ਲੋਕਾਂ ਤੋਂ ਥੱਲੇ ਆਈਸੋਲੇਟ ਹੋ ਰਹੀ ਸੀਗੀ। ਤੇ ਉਹਦੀ ਐਗਜ਼ਾਮਪਲ ਜਿਹੜੀ ਆਦਮਪੁਰ ਬਾਈ ਇਲੈਕਸ਼ਨ 6 ਵੋਟਾਂ ਤੋਂ ਹਾਰ ਸੀ, ਉਹ ਸੀ। ਉਦੋਂ ਵੀ ਟੌੜਾ ਸਾਹਿਬ ਨੇ ਇਹ ਸੁਝਾਅ ਦਿੱਤਾ ਸੀ ਕਿ ਬਾਦਲ ਸਾਹਿਬ ਤੁਸੀਂ ਐਕਟਿੰਗ ਪ੍ਰੈਜ਼ੀਡੈਂਟ ਬਣਾ ਲਓ ਘੱਟੋ ਘੱਟ। ਉਹਦਾ ਇੱਕ ਹੋਰ ਵੀ ਕਾਰਨ ਸੀ, ਉਹ ਕਹਿੰਦੇ ਵੀ ਅਕਾਲੀ ਦਲ ਨੂੰ ਜਿਹੋ ਜਿਹੀਆਂ ਲੜਾਈਆਂ ਕੇਂਦਰ ਦੇ ਖਿਲਾਫ ਲੜਨੀਆਂ ਪੈਂਦੀਆਂ ਹੈ, ਉਹ CM ਜਾ ਕੇ ਧਰਨੇ ਨਹੀਂ ਮਾਰ ਸਕਦਾ, ਉਹ ਪ੍ਰੈਜ਼ੀਡੈਂਟ ਦਾ ਕੰਮ ਹੈ। ਸੋ ਪ੍ਰੈਜ਼ੀਡੈਂਟ ਨੂੰ ਆਪਣਾ ਕੰਮ ਕਰਨ ਦਿਓ ਤੇ ਤੁਸੀਂ ਆਪਣੀ ਸਰਕਾਰ ਚਲਾਓ। ਹੁਣ ਮੈਂ ਇਹ ਨਹੀਂ ਕਹਿ ਰਿਹਾ ਕਿ ਕਨਫਰੰਟੇਸ਼ਨ ਹੈ। ਪੰਜਾਬ ਦੇ ਵਿੱਚ ਆਪ ਦਾ ਸਟਰਕਚਰ ਕੋਈ ਨਹੀਂ, ਜਿਹੜੇ ਲੀਡਰ ਜਿੰਨੇ ਹੈਗੇ ਆ ਨਾ ਉਹ MLA ਵਗੈਰਾ ਹੀ ਹੈਗੇ ਆ, ਥੱਲੇ ਤਾਂ ਹੈ ਹੀ ਕੁਝ ਨਹੀਂ। ਸੋ ਇਹਨਾਂ ਵਿੱਚੋਂ ਹੀ ਉਹਨਾਂ ਨੇ ਇਹ ਬੰਦੇ ਅਪਾਇੰਟ ਕਰ ਰਹੇ, ਜਿਵੇਂ ਪੈਸਾ ਕਹਿ ਰਹੇ ਸੀ ਵੀ ਇਹ ਇੱਥੇ ਹੀ ਭੇਲੀ ਭਾਲੀ, ਉਹਨਾਂ ਕੋਲ ਬੰਦੇ ਇੰਨੇ ਕੀ ਸੀਗੇ। ਇਹ MLA ਜਿਹੜੇ ਚੁਣ ਕੇ ਆਏ ਸੀ ਇਹ ਵੀ ਵਿਚਾਰੇ ਅਨਨੋਨ ਸੀਗੇ। ਜਿਵੇਂ ਪ੍ਰਤਾਪ ਬਾਜਵਾ ਦੇ ਹੁਣ ਤੱਕ ਵਿਚਾਰੇ ਕੰਟਰੋਵਰਸੀ ਫਸੇ ਹੋਏ ਹੈ, ਕਹਿ ਕੇ ਗੂਗਲ ਵਾਲੀ ਗੱਲ, ਇਹ ਤਾਂ ਅਨਨੋਨ ਚਿਹਰੇ ਸੀ ਸਾਰੇ ਇੱਕ ਦੂਜੇ ਨੂੰ। ਜਦੋਂ ਇਹ ਪਹਿਲੀ ਵਾਰ ਇਕੱਠੇ ਹੋਏ ਸੀ ਜਿੱਤਣ ਤੋਂ ਬਾਅਦ, ਉਦੋਂ ਇੱਕ ਦੂਜੇ ਨੂੰ ਪਛਾਣਦੇ ਵੀ ਨਹੀਂ ਸੀਗੇ। ਜਿਹੜੇ ਜਰਨਲਿਸਟ ਉਦੋਂ ਕਵਰ ਕਰਨ ਗਏ ਸੀ ਇਹਨਾਂ ਦੇ ਫੰਕਸ਼ਨ ਨੂੰ, ਉਹ ਵੀ ਫਸੇ ਹੋਏ ਸੀ, ਕਹਿੰਦੇ ਵੀ ਕਿਹਨੂੰ ਕੀ ਪੁੱਛੀਏ, ਇੱਕ ਦੂਜੇ ਨੂੰ ਜਾਣਦੇ ਹੀ ਨਹੀਂ ਹੈ। ਸੋ ਇਹ ਸਿਚੁਏਸ਼ਨ ਸੀ। ਹੁਣ ਹੌਲੀ ਹੌਲੀ ਜਿਹੜਾ ਅੱਜ ਇਹਨਾਂ ਨੇ ਫੈਸਲਾ ਕੀਤਾ ਹੈ, ਪਾਰਟੀ ਸਟਰਕਚਰ ਬਣਾਉਣ ਦੀ ਗੱਲ ਕੀਤੀ ਹੈ, ਮੇਰਾ ਖਿਆਲ ਹੈ ਇਹ ਬੇਸਿਕ ਰਿਕੁਆਇਰਮੈਂਟ ਹੁੰਦੀ ਪਾਰਟੀ ਦੀ, ਇਹ ਹਰ ਪਾਰਟੀ ਬਣਾਉਂਦੀ ਹੈ। ਸੋ ਇਹ ਵੀ ਅਕੋਰਡਿੰਗਲੀ ਉਹਨਾਂ ਨੇ ਉਸ ਢੰਗ ਦੇ ਨਾਲ ਆਪਣੀ ਕਾਰਵਾਈ ਕੀਤੀ ਹੈ, ਪਾਰਟੀ ਅੱਗੇ ਤੋਰਨ ਦੀ ਗੱਲ ਹੈ। ਪ੍ਰੋਫੈਸਰ ਸਾਹਿਬ, ਜਿਹੜਾ ਮਤਲਬ ਅੰਦਰੂਨੀ ਜਮਹੂਰੀਅਤ ਦੇ ਕੁਐਸਚਨ ਨੇ, ਉਹ ਪੂਰੀ ਓਵਰਆਲ ਪੋਲੀਟੀਕਲ ਜਮਹੂਰੀਅਤ ਨਾਲ ਹੀ ਜੁੜੇ ਹੁੰਦੇ ਨੇ ਸਾਰੇ, ਔਰ ਇਹ ਕੰਟਰਡਿਕਸ਼ਨ ਬਾਰ-ਬਾਰ ਆਉਂਦੀ ਹੈ। ਝੂਦਾ ਕਮੇਟੀ ਦੀ ਰਿਪੋਰਟ ਨੇ ਵੀ ਇਹ ਕਿਹਾ ਸੀਗਾ ਕਿ ਪ੍ਰਧਾਨ ਦਾ ਟੈਨਿਓਰ ਲਿਮਟਿਡ ਹੋਣਾ ਚਾਹੀਦਾ ਹੈ, ਬਦਲਣਾ ਚਾਹੀਦਾ ਹੈ, ਹੇਠਾਂ ਤੋਂ ਉੱਪਰ ਤੱਕ ਚੋਣਾਂ ਹੋਣੀਆਂ ਚਾਹੀਦੀਆਂ ਨੇ। ਡਿਫਰੈਂਟ ਟਾਈਪ ਦੇ ਰਿਕਮੈਂਡੇਸ਼ਨ ਉੱਥੇ ਵੀ ਆਉਂਦੀਆਂ ਨੇ। ਜਦੋਂ ਕਾਂਗਰਸ ਹਾਰਦੀ ਹੈ ਲਗਾਤਾਰ, ਉੱਥੇ ਕੋਈ ਐਂਟਰਨੀ ਕਮੇਟੀ ਬਣਦੀ ਹੈ, ਕੋਈ ਦੂਜੀ ਕਮੇਟੀ, ਤੀਜਾ, ਜਿਹੜੇ ਉਹ ਕਮੇਟੀ ਵੀ ਰਿਕਮੈਂਡੇਸ਼ਨ ਇਹੋ ਜਿਹੀ ਦਿੰਦੀ ਹੈ, ਰੈਗੂਲਰ ਪ੍ਰਧਾਨ ਚਾਹੀਦਾ ਹੈ। ਬਾਕੀ ਦਾ ਚਾਹੇ ਜੋ ਜਿਹੜੇ ਗਰੁੱਪ 23 ਵਾਲਿਆਂ ਨੇ ਵੀ ਚਿੱਠੀਆਂ ਇਹੋ ਜਿਹੀਆਂ ਲਿਖੀਆਂ ਸੀਗੀਆਂ ਕਿ ਇਸ ਪੱਧਰ ਦਾ ਜਿਹੜਾ ਡੀਸੈਂਟਰਲਾਈਜੇਸ਼ਨ ਚਾਹੀਦੀ ਹੈ, ਪਾਰਟੀ ਦੇ ਅੰਦਰਲੇ ਸਟਰਕਚਰ ਦੇ ਵਿੱਚ ਤਬਦੀਲੀਆਂ ਚਾਹੀਦੀਆਂ ਨੇ। ਜੇ ਉਹ ਲੋੜ ਮਹਿਸੂਸ ਬਾਰ-ਬਾਰ ਇਹੀ ਕਰਦੀਆਂ ਨੇ ਪਾਰਟੀਆਂ, ਤੇ ਪਰ ਉਧਰ ਨੂੰ ਜਾਣ ਦੀ ਮਤਲਬ ਕੋਈ ਬਹੁਤ ਜ਼ਿਆਦਾ
ਊਰਜਾ ਵੀ ਨਹੀਂ ਦਿਖਾਈ ਦੇ ਰਹੀ ਤੇ ਤਮੰਨਾ ਵੀ ਨਹੀਂ ਦਿਖਾਈ ਦੇ ਰਹੀ, ਕੇਡਰ ਅੰਦਰੋਂ ਡਿਮਾਂਡ ਕਰਦਾ ਹੈ। मैं ਇਹ ਜਿਹੜਾ ਵਿਡੰਬਣਾ ਹੈ, ਇਹ ਕੰਟਰਾਡਿਕਸ਼ਨ ਹੈ, ਇਹ ਕਿਵੇਂ ਰਿਜ਼ੋਲਵ ਹੋਏਗੀ ਫਿਊਚਰ ਦੇ हमीर ਵਿੱਚ? सिंह जी दो चीज़ां बड़ियां बिल्कुल विजिबल है साडे सिस्टम दे विच कि मोस्ट अनडेमोक्रेटिक पोलिटिकल पार्टीज एक डेमोक्रेटिक सिस्टम ਨੂੰ ਚਲਾ ਰਹੀਆਂ। ਜਿੰਨੀਆਂ ਪੋਲੀਟੀਕਲ ਪਾਰਟੀਆਂ ਹੈ ਕਿਸੇ ਦੇ ਵਿੱਚ ਵੀ ਕੋਈ ਸਹੀ ਢੰਗ ਦੇ ਨਾਲ ਇੰਟਰਨਲ ਡੈਮੋਕ੍ਰੇਸੀ ਨਹੀਂ ਹੈ। ਤੁਹਾਨੂੰ ਪਤਾ ਹੈ ਵੀ ਇੱਕ ਵਾਰ ਇਲੈਕਸ਼ਨ ਕਮਿਸ਼ਨ ਕਹਿੰਦਾ ਵੀ ਅਸੀਂ ਤੁਹਾਨੂੰ ਡੀ ਰੈਕਗਨਾਈਜ਼ ਕਰ ਦਿਆਂਗੇ ਜੇ ਤੁਸੀਂ ਇਲੈਕਸ਼ਨ ਨਾ ਕਰਾਇਆ। ਉਹ ਕਹਿੰਦਾ ਲਓ ਜੀ ਕਰ ਲੈਂਦੇ ਆ। ਉਹ ਸਾਰੇ ਜਣੇ ਬੈਠੇ ਵਿਦਿਨ ਮੇਰੇ ਖਿਆਲ 2-4 ਘੰਟਿਆਂ ਦੇ ਵਿੱਚ ਸਾਰਾ ਇਲੈਕਸ਼ਨ ਕਰਕੇ ਇਲੈਕਸ਼ਨ ਕਮਿਸ਼ਨ ਰਿਪੋਰਟ ਭੇਜਦੀ, ਕਿਉਂਕਿ ਜਿਹੜੀਆਂ ਫੈਮਿਲੀ ਬੇਸਡ ਪੋਲੀਟੀਕਲ ਪਾਰਟੀਆਂ ਹੈ ਜਾਂ ਦੂਸਰੀਆਂ ਉਹ ਇਦਾਂ ਹੀ ਕਰ। ਦੂਸਰੀ ਜਿਹੜੀ ਚੀਜ਼ ਹੈ ਉਹ ਹੈ ਕਿ ਸਾਰੀਆਂ ਪੋਲੀਟੀਕਲ ਪਾਰਟੀਆਂ ਡੀਸੈਂਟਰਲਾਈजेशन ਦੀ ਗੱਲ ਕਰਦੀਆਂ, ਖਾਸ ਤੌਰ ਪਰ ਰੀਜਨਲ ਪੋਲੀਟੀਕਲ ਪਾਰਟੀਆਂ, लेकिन वो उतना ही ज्यादा सेंट्रलाइज्ड है उन्होंने स्ट्रक्चर। और वो किसी भी बंदे नू जेड़ा माड़ा जा भी लगे भी ये बंदा कल नू जफा पा सकता है टॉप दी पोस्ट नू पार्टी दे विच, ओनू लवे नहीं लगन दिंदे, बल्कि ओनू एक तरह पार्टी दे विचों कोई ना कोई इल्जाम ला के कढ़ दिता जाता ताकि ये साडे वास्ते खतरा ना बने। ये आपां सारियां पोलीटिकल पार्टीज दे विच देखदे। इस करके ਜਿਹੜੀਆਂ ਕੰਟਰਡਿਕਸ਼ਨਸ ਹੈ और कई कंट्राडिक्शंस, फॉर एग्जांपल आप इलेक्शन लड़ते हैं चाहे एमपीएलए का चाहे एमपी का, सब तो पहला झूठ ये बोलते हैं मेरे इन्ने पैसे खर्च होए इलेक्शन, जबकि उतो कितने ज्यादा पैसे खर्च होए। लेकिन आप कहने जी भी ठीक है जी डेमोक्रेसी चल रही है कि जी अमेरिकन डेमोक्रेसी ब्रिटिश डेमोक्रेसी ਉਹਦੇ ਵਿੱਚ भी फ्लॉज तो हैगे हैं, साडे भी फ्लॉज हैगे हैं, लेकिन चलो डेमोक्रेसी तो चल रही है। ਅਸੀਂ बड़े खुश हो जाते हैं कह के भी दुनिया ये मानती है कि वी आर द लार्जेस्ट वर्किंग डेमोक्रेसी इन द वर्ल्ड। लेकिन वो डेमोक्रेसी किस तरह चल रही है ਆਪਾਂ ਨੂੰ ਪਤਾ ਹੈ, ਤੁਹਾਨੂੰ ਪਤਾ ਹੈ, ਮੈਨੂੰ ਪਤਾ, ਪੋਲੀਟੀਕਲ ਪਾਰਟੀਆਂ ਨੂੰ ਹੀ ਪਤਾ ਆਫ ਕੋਰਸ। लेकिन वो ਮੈਨੂੰ ਲੱਗਦਾ ਇਦਾਂ ਹੀ ਚੱਲਦਾ ਰਹੇਗਾ और ਆਪਾਂ ਗੱਲਾਂ ਕਰਾਂਗੇ, ਆਪਾਂ ਇਹਦਾ ਵਿਸ਼ਲੇਸ਼ਣ ਕਰਦੇ ਰਹਾਂਗੇ, ਗੱਲਬਾਤ ਹੁੰਦੀ ਰਹੇਗੀ। लेकिन ਪੋਲੀਟੀਕਲ ਪਾਰਟੀਆਂ ਵੀ ਆਪਣੀ ਡਗਰ ਤੇ ਚੱਲਦੀਆਂ ਰਹਿਣਗੀਆਂ। ਉਹ ਸਭ ਕੁਝ ਕਹਿਣਗੀਆਂ ਵੀ लेकिन ਕਰਨਗੇ ਵੀ ਕੁਝ ਨਹੀਂ। ਇਹ ਇੱਕ ਰਿਐਲਿਟੀ ਹੈ ਸਾਡੇ ਪੋਲੀਟੀਕਲ ਸਿਸਟਮ। ਸਰ ਤੁਸੀਂ ਇੱਕ ਲਫ਼ਜ਼ ਤੁਸੀਂ ਗੌਰ ਕਰੋ ਵੀ ਆਟੋਕ੍ਰੈਟਿਕ ਡੈਮੋਕ੍ਰੇਸੀ ਹੈ ਮੇਰੇ ਖਿਆਲ ਦੇ ਵਿੱਚ, ਤੇ ਤੁਸੀਂ ਜ਼ਿਆਦਾ ਢਾਇਆ। ਹਾਂਜੀ ਬਿਲਕੁਲ 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 ਜੀ। ਚਲੋ ਫਿਰ ਵੀ ਗੱਲ ਕਰਨੀ ਵੀ ਜ਼ਰੂਰੀ ਹੈ। ਲੱਗਦਾ ਤਾਂ ਹੈ ਵੀ ਕਿਤੇ ਗੱਲ ਵੀ ਬੰਦ ਨਾ ਹੋ ਜੇ, ਹੌਲੀ ਹੌਲੀ ਮਾਹੌਲ ਤਾਂ ਉਧਰ ਨੂੰ ਗੱਲ ਕਰਨੀ ਬਹੁਤ ਜ਼ਰੂਰੀ ਹੈ। ਬਿਲਕੁਲ ਠੀਕ ਹੈ। ਤਰੇ ਮੈਂ ਟਰਮ ਕੱਢੀ ਵਿੱਚ ਆਟੋਕ੍ਰੈਟਿਕ ਡੈਮੋਕ੍ਰੇਸੀ ਹੈ ਜੀ। ਤਾਂ ਇਸੇ ਲਈ ਗੱਲ ਕਰਦੇ ਰਹਿਣਾ ਚਾਹੀਦਾ। ਅਸੀਂ ਇਹੋ ਜਿਹੀ ਗੱਲਬਾਤ, ਮਾਹੌਲ ਜਿੰਨਾ ਚਿਰ ਇਜਾਜ਼ਤ ਦਿੰਦਾ, ਜਿੰਨਾ ਚਿਰ ਮਾਹੌਲ ਬਣੇ ਰਹਿੰਦੇ ਨੇ ਗੱਲਬਾਤ ਦੇ ਸਮਾਜ ਦੇ ਵਿੱਚ, ਤਾਂ ਵੀ ਇੱਕ ਲੈਵਲ ਦੀ ਡੈਮੋਕ੍ਰੇਸੀ ਮੌਜੂਦ ਰਹਿੰਦੀ ਹੈ। ਤੇ ਕਈ ਵਾਰ ਪੂਰੀ ਤਰ੍ਹਾਂ ਐਮਰਜੈਂਸੀ ਵੀ ਲੱਗ ਜਾਂਦੀ ਹੈ, ਕਈ ਵਾਰ ਆਣਾ-ਲਾਣੀ ਐਮਰਜੈਂਸੀ ਵੀ ਲੱਗ ਜਾਂਦੀ ਹੈ। ਬੜੀਆਂ ਚੀਜ਼ਾਂ ਚੱਲ ਰਹੀਆਂ ਨੇ ਸਮਾਜ ਦੇ ਵਿੱਚ, ਔਰ ਇਸੇ ਨੂੰ ਧਿਆਨ ਦੇ ਵਿੱਚ ਰੱਖ ਕੇ ਅਸੀਂ ਜਿਹੜੇ ਵੀ ਇਸ਼ੂ ਲੋਕਾਂ ਦੇ ਨਾਲ ਸਰੋਕਾਰ ਰੱਖਦੇ ਨੇ, ਉਹਦਾ ਹਰ ਰੋਜ਼ ਫੇਰ ਗੱਲ ਕਰਾਂਗੇ। ਕੱਲ ਫੇਰ ਕਿਸੇ ਮੁੱਦੇ ਤੇ ਆਪਾਂ ਮਿਲਾਂਗੇ, ਗੱਲਬਾਤ ਕਰਾਂਗੇ। ਅੱਜ ਲਈ ਇੰਨਾ ਹੀ। ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ।